ਵੀ ਮਾਈਕਲ ਜੀ ਦਰਸ਼ਨ ਸਿੰਘ ਕਿਵੇਂ ਬਣ ਜਾਂਦੇ ਆ? ਮਿਸ਼ੇਲ ਬੋਲਦੇ ਫ੍ਰੈਂਚ ਵਿੱਚ, ਮਾਈਕਲ ਵੈਸੇ ਜੀ ਅੰਗਰੇਜ਼ੀ ਵਿੱਚ ਜੀ ਤੇ ਈਸਾਈ ਪਰਿਵਾਰ ਵਿੱਚ ਪੈਦਾ ਹੋਇਆ। ਜਦੋਂ ਇੰਡੀਆ ਆਇਆ ਸੀ, ਕਿਉਂਕਿ ਦੇਖਿਆ ਕਿਤਨਾ ਲੜਾਈ ਸਿੱਖ ਧਰਮ ਦਾ ਨਾਮ ਦੇ ਵਿੱਚ, ਪਰ ਮੈਂ ਦੇਖਿਆ ਕਿ ਬਿਲੀਵ ਕੀਤਾ ਪਹਿਲੇ ਸਰਬੱਤ ਦਾ ਭਲਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵੀ ਭਗਤ ਰਵਿਦਾਸ, ਸ਼ੇਖ ਫਰੀਦ ਸੂਫੀ ਸੰਤ ਸੀਗਾ, ਜੀ। ਕਬੀਰ, ਸਾਰੇ ਇੱਕ ਆਵਾਜ਼ ਸਾਰੇ ਵਾਸਤੇ, ਇੱਕ ਹਿਊਮੈਨਿਟੀ ਤੇ ਇਨਸਾਨੀਅਤ ਵਾਸਤੇ ਇਸ ਤਰ੍ਹਾਂ ਨਹੀਂ ਇਹ ਸਿਰਫ ਸਿੱਖ ਵਾਸਤੇ, ਸਾਰੇ ਵਾਸਤੇ। ਫਿਰ ਦੇਖਿਆ ਕਿਤਨਾ ਕੁਰਬਾਨੀ ਦੂਸਰੇ ਵਾਸਤੇ, ਕੋਈ और धर्म देखा। ਜਦੋਂ ਗੁਰੂ ਤੇਗ ਬਹਾਦਰ ਆਪਣੀ ਜ਼ਿੰਦਗੀ ਦਿੱਤੀ ਕੁਰਬਾਨੀ ਦੂਸਰੇ ਧਰਮ ਵਾਸਤੇ, ਇਹ ਬਹੁਤ ਕਮਾਲ ਮੈਂ ਕਹਿੰਦਾ। ਫਿਰ ਕੁਦਰਤੀ ਅਟਰੈਕਸ਼ਨ ਹੋ ਗਿਆ, ਆਈ ਫੀਲ ਇਨ ਲਵ ਵਿਦ ਸਿੱਖੀ ਇਸ ਟਾਈਮ ਸ਼ੁਰੂ ਹੋ ਗਿਆ। ਫਿਰ ਵਾਪਸ ਆ ਗਿਆ, ਵਾਲ ਰੱਖਿਆ ਦੁਬਾਰਾ, ਪਰ 91 ਅੰਮ੍ਰਿਤ ਛਕਿਆ ਅਨੰਦਪੁਰ ਸਾਹਿਬ ਤੋਂ ਜੀ। ਤੇ ਇਸ ਕਰਕੇ ਇੱਥੇ ਮੈਂ ਲੋਕ ਪੁੱਛਦੇ ਕਿਉਂ ਇੱਥੇ ਚੋਜ਼ ਕੀਤਾ ਅਨੰਦਪੁਰ ਸਾਹਿਬ ਕੋਲ ਰਹਿਣਾ, ਇੱਥੇ ਬਾਕਵਰਡ ਏਰੀਆ ਸੇ। ਮੈਂ ਵੀ ਇਹੀ ਸਵਾਲ ਕਰਨਾ ਚਾਹੁੰਦਾ ਸੀ ਵੀ ਇਸ ਏਰੀਆ ਨੂੰ ਕਿਉਂ ਚੁਣਿਆ? ਪਾਣੀ ਅਸ਼ੁੱਧ, ਖਾਣਾ ਅਸ਼ੁੱਧ, ਕੈਂਸਰ ਬਾਦ ਹੋ ਗਿਆ ਸਭ ਤੋਂ ਜ਼ਿਆਦਾ ਪੰਜਾਬ। ਗ੍ਰੀਨ ਐਵੋਲੂਸ਼ਨ ਦੀ ਦੇਣ ਹੈ ਜੀ। ਹਾਂ, ਗ੍ਰੀਨ ਰੈਵੋਲੂਸ਼ਨ ਨਾਮ ਰੱਖਿਆ, ਗ੍ਰੀਨ ਰੈਵੋਲੂਸ਼ਨ। ਸੈਕੂਲਰ ਕਾਨੂੰਨ ਫਰਾਂਸ ਦੇ ਵਿੱਚ ਮਨਾ ਕਰਦੇ ਨਾਮ ਬਦਲਣਾ ਧਰਮ ਦਾ ਨਾਮ ਵਾਸਤੇ ਜੀ। ਤੇ ਫਿਰ ਕੇਸ ਹੋ ਗਿਆ, ਮੇਰਾ ਕੇਸ ਡਿਸਮਿਸ ਹੋ ਗਿਆ। ਪੱਗ ਵਾਲੀ ਫੋਟੋ ਵੀ ਮਨਾ ਕਰਦੇ ਪਾਸਪੋਰਟ ਦੇ ਵਿੱਚ। ਅੱਛਾ ਜੀ। ਉਹ ਨੰਗੇ ਸਿਰ ਫੋਟੋ ਦੇਣਾ ਪਿਆ। ਲੋਕ ਪੁੱਛਦੇ ਮੇਰਾ ਨਾਮ ਕੀ ਹੈ, ਜਵਾਬ ਦਿੰਦਾ ਮੇਰਾ ਨਾਮ ਦਰਸ਼ਨ ਸਿੰਘ ਗਰੇਵਾਲ। ਦਰਸ਼ਨ ਸਿੰਘ ਗਰੇਵਾਲ, ਉਹ ਕਿਵੇਂ ਜੀ? ਲੋਕ ਕਹਿੰਦੇ ਗਰੇਵਾਲ ਕਿਉਂ? ਗਰੇਵਾਲ ਕਿਸ ਤਰ੍ਹਾਂ ਹੋ ਸਕਦਾ? ਗਰੇਵਾਲ ਫਰਾਂਸ ਦਾ ਰਹਿਣ ਵਾਲਾ, ਉਹ ਗਰੇਵਾਲ ਨਹੀਂ, ਗਰੇਵਾਲ। ਮੇਰਾ ਵਾਲ ਗਰੇ ਹੋ ਗਿਆ। पहले किसान कदे नहीं बेचते ज़मीन, मर जोगे पर ज़मीन बेच, पुराना सिस्टम। उन ज़मीन बेचते फिर बाहर जाते, फिर लेबर का काम करते हाँ। लेबर का काम नहीं करेंगे इतने, लैट्रिन सफाई करना, पांडे धोना, ये काम करते बाहर। ओवर टाइम भी करते, डबल शिफ्ट भी करते। मैं देखा रियासी 10 साल साउथ हॉल जी। इतने नहीं करेंगे, क्यों इतने नहीं करते काम? ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੈਸੇ ਬਿਮਾਰੀ ਜੇ ਦੇਖੀਏ ਤਾਂ ਨਹੀਂ, ਅਜੇ ਤੱਕ ਵਾਹਿਗੁਰੂ ਦੀ ਕਿਰਪਾ ਮਸ਼ੀਨਰੀ ਠੀਕ ਚੱਲਦੀ ਹੈ। ਵਾਹ, ਕਈ ਚੱਕੀ ਸੀ ਮੋਢੇ ਤੇ, ਮੈਂ ਲਾ ਲਿਆ ਸੀ ਅੰਦਾਜ਼ਾ। ਆਊਟ ਆਫ ਲਿਵਿੰਗ ਐਸਾ ਨਹੀਂ ਵਾਰੀ, ਉਹ ਕਹਿੰਦੇ ਮੈਂ ਯੋਗਾ ਕਲਾਸ ਜੁਆਇਨ ਕਰਨਾ ਪੈਣਾ। ਅੱਛਾ ਜੀ। ਮੈਂ ਜਵਾਬ ਦਿੱਤਾ ਮੈਂ ਕਈ ਯੋਗਾ ਕਰਦਾ ਰੋਜ਼। ਹਾਂ। ਕਈ ਇੱਕ ਤੁਸੀਂ ਸਪੈਸ਼ਲ ਨੋਟ ਬਾਹਰ ਬਹੁਤ ਸਖਤੀ ਦੇ ਨਾਲ ਲਾਇਆ ਹੋਇਆ ਵੀ ਭਾਈ ਸ਼ਰਾਬ ਪੀ ਕੇ ਅੰਦਰ ਨਾ ਵੜ ਜਿਓ। ਹਾਂਜੀ ਹਾਂਜੀ, ਉਹ ਪੂਰੀ ਸਖਤ ਹਦਾਇਤ ਹੈ ਜੀ। ਇੱਕ ਦੋ ਵਾਰੀ ਕੁਤਾਪਾ ਦਿੱਤਾ ਵੀ, ਜੇ ਨਹੀਂ ਮੰਨਦੇ, ਜੇ ਦੱਸਦਾ ਬਾਹਰ ਜਾਣਾ, ਜੇ ਨਹੀਂ ਮੰਨਦੇ ਵੀ ਤਪਰ ਦੇ ਫਿਰ ਕੁਟਾਪਾ ਕਰਦੇ ਹੋ? ਹੋਰ ਕੀ। ਸਤਿ ਸ੍ਰੀ ਅਕਾਲ, ਸਵਾਗਤ। ਮੈਂ ਜਗਦੀਪ ਸਿੰਘ ਥਲੀ ਹਾਂ। ਅੱਜ ਦੀ ਇਹ ਮੁਲਾਕਾਤ ਉਹਨਾਂ ਨੌਜਵਾਨਾਂ ਲਈ ਹੈ ਜਿਹੜੇ ਵਿਦੇਸ਼ ਵੱਲ ਜਾ ਰਹੇ ਨੇ। ਠੀਕ ਹੈ, ਸਾਡਾ ਸਿਸਟਮ ਠੀਕ ਨਹੀਂ ਹੈ, ਹਾਲਾਤ ਮਾੜੇ ਨੇ, ਜ਼ਰੂਰੀ ਹੈ, ਪਰ ਉਹ ਨੌਜਵਾਨ ਜ਼ਰੂਰ ਇਸ ਮੁਲਾਕਾਤ ਨੂੰ ਵੇਖਣ ਜਿਨ੍ਹਾਂ ਦੇ ਮਾਪੇ ਕਹਿੰਦੇ ਨੇ ਵੀ ਅਸੀਂ ਇੱਥੇ ਠੀਕ ਹਾਂ ਬੇਟੇ, ਅਸੀਂ ਇੱਥੇ ਕਮਾ ਸਕਦੇ ਹਾਂ, ਅਸੀਂ ਇੱਥੇ ਰਹਿ ਸਕਦੇ ਹਾਂ, ਪਰ ਫਿਰ ਵੀ ਮਾਪਿਆਂ ਨੂੰ ਤੰਗ ਕਰਦੇ ਨੇ ਅਤੇ ਤੰਗ ਇਸ ਕਦਰ ਕਰ ਦਿੰਦੇ ਨੇ ਕਿ ਉਹਨਾਂ ਨੂੰ ਫਿਰ ਜ਼ਮੀਨ ਵੇਚਣੀ ਪੈਂਦੀ ਹੈ ਅਤੇ ਖੇਤ ਵੇਚਣ ਤੋਂ ਬਾਅਦ ਵਿਦੇਸ਼ ਵੱਲ ਚਲੇ ਜਾਂਦੇ ਨੇ। ਪਰ ਸਾਡੇ ਕੋਲ ਇੱਕ ਅਜਿਹੀ ਅੱਜ ਰੂਹ ਹੈ, ਸ਼ਖਸੀਅਤ ਹੈ, ਜਿਹੜੇ ਹੈ ਤਾਂ ਫਰਾਂਸੀਸੀ, ਫਰਾਂਸ ਤੋਂ ਨੇ, ਗੋਰੇ ਨੇ, ਆਪਾਂ ਗੋਰਾ ਕਹਿ ਸਕਦੇ ਹਾਂ ਉਹਨਾਂ ਨੂੰ, ਪਰ ਉਹਨਾਂ ਨੇ ਅੱਜ ਉਹਨਾਂ ਨੌਜਵਾਨਾਂ ਨੂੰ ਸੇਧ ਦੇਣੀ ਹੈ ਜਿਹੜੇ ਕਈ ਵਾਰ ਅਣਜਾਣੇ ਦੇ ਵਿੱਚ ਗਲਤ ਕੰਮ ਕਰ ਲੈਂਦੇ ਨੇ। ਕਿਉਂਕਿ ਮਾਈਕਲ ਉਰਫ ਸਰਦਾਰ ਦਰਸ਼ਨ ਸਿੰਘ ਜੀ ਫਰਾਂਸ ਤੋਂ ਆਉਂਦੇ ਨੇ, ਪੰਜਾਬ ਦੇ ਵਿੱਚ ਇਸ ਵੇਲੇ ਨੂਰਪੁਰ ਬੇਦੀ ਦੇ ਇੱਕ ਪਿੰਡ ਦੇ ਵਿੱਚ ਰਹਿ ਰਹੇ ਨੇ। ਇੱਥੇ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਤ ਕਰਦੇ ਨੇ, ਅੰਮ੍ਰਿਤਧਾਰੀ ਨੇ
ਤੇ ਕੁਦਰਤੀ ਖੇਤੀ ਕਰ ਰਹੇ ਨੇ। ਜਿਹੜੇ ਨੌਜਵਾਨ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਉਹਨਾਂ ਲਈ ਪ੍ਰੇਰਨਾ ਹੈ ਵੀ ਇਹ ਉੱਥੋਂ ਆ ਕੇ ਇੱਥੇ ਇਹਨਾਂ ਨੇ ਜ਼ਮੀਨ ਵੀ ਬਣਾਈ 10 ਏਕੜ ਦੀ ਕਹਿੰਦੇ ਖੇਤੀ ਕਰ ਰਹੇ ਨੇ। ਸੋ ਗੱਲਬਾਤ ਅਸੀਂ ਅੱਜ ਮਾਈਕਲ ਜੀ ਜਿਨ੍ਹਾਂ ਦਾ ਪਹਿਲਾ ਨਾਂ ਸੀਗਾ ਪਰ ਹੁਣ ਸਰਦਾਰ ਦਰਸ਼ਨ ਸਿੰਘ ਜੀ ਦੇ ਨਾਲ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਠੀਕ ਹੋ ਜੀ, ਚੜ੍ਹਦੀ ਕਲਾ 'ਚ? ਹਾਂ ਵਧੀਆ, ਕਿਰਪਾ। ਸਭ ਤੋਂ ਪਹਿਲਾਂ ਤਾਂ ਜੀ ਮੇਰਾ ਸਵਾਲ ਵੀ ਮਾਈਕਲ ਜੀ ਦਰਸ਼ਨ ਸਿੰਘ ਕਿਵੇਂ ਬਣ ਜਾਂਦੇ ਆ? हाँ जी, मैं वैसे फ्रांस ਵਿੱਚ ਪੈਦਾ ਹੋਇਆ। ਮਿਸ਼ੇਲ ਬੋਲਦੇ ਫ੍ਰੈਂਚ ਵਿੱਚ, ਮਾਈਕਲ ਵੈਸੇ ਜੀ ਅੰਗਰੇਜ਼ੀ ਵਿੱਚ। ਜੀ ਤੇ ਈਸਾਈ ਪਰਿਵਾਰ ਵਿੱਚ ਪੈਦਾ ਹੋਇਆ ਠੀਕ ਹੈ ਜੀ। ਤੇ ਚਰਚ ਦਾ ਸੇਵਾਦਾਰ 15 ਸਾਲ ਦੀ ਉਮਰ ਤੱਕ। ਜੀ ਪਰ ਇਸ ਟਾਈਮ ਵੀ ਮੇਰੀ ਸੋਚਾ ਵੀ ਪਰਮਾਤਮਾ ਇੱਕੋ, ਲੜਾਈ ਵੀ ਪਾਦਰੀ ਨਾਲ। ਜੀ ਕਿਉਂਕਿ ਮੈਂ ਸੋਚਦਾ ਵੀ ਉਹ ਸਿਰਫ ਕ੍ਰਿਸਚਨ ਈਸਾਈ ਮੁਕਤੀ ਮਿਲਦੀ ਹੈ, ਫਿਰ ਬਾਕੀ ਸੰਗਤ ਕਿੱਥੇ ਜਾਣਗੇ, ਵੀ ਕਿਸ ਤਰ੍ਹਾਂ ਹੋ ਸਕਦਾ। ਹਾਂਜੀ ਪਰਮਾਤਮਾ ਇੱਕੋ, ਸਾਰੇ ਰਸਤੇ ਅਲੱਗ-ਅਲੱਗ ਪਰ ਐਮ ਸੇਮ ਬਿਲਕੁਲ ਅਸੀਂ ਜੀ ਇੱਕੋ ਪਰਮਾਤਮਾ। ਤੇ ਹਰ ਸੋਚਦੇ ਆ ਅਸੀਂ ਸਦਾ ਰਸਤਾ ਵਧੀਆ, ਪਰ ਸਿੱਖ ਧਰਮ ਦੇਖਿਆ ਵੀ ਸਰਬਤ ਦਾ ਭਲਾ ਵਾਸਤੇ ਕੋਈ ਸੈਕਟਰੀਅਨ ਵੀ ਨਹੀਂ ਹੈ ਇਸ ਤਰ੍ਹਾਂ। ਜੀ पर बाद इस टाइम ਮੈਨੂੰ नहीं पता सिख धर्म की है, पर मैं इस तरह सोचता सी। वाल भी रखा काफ़ी देर, क्योंकि मैं सोचा यीशु मुहम्मद साहब सारे प्रॉफिट दाढ़ी वाल रखते सन। जी और भी मांस बंद किया, क्योंकि मैं सोचा भी परमात्मा सब कुछ देता, क्यों मरना कोई चीज़ जादू सब कुछ मिलते। जी फिर काफ़ी लड़ाई मेरे मापियों नाल, क्योंकि नहीं समझते इस टाइम क्यों इंज सोचता। जी फिर वैसे चौथी उम्र ਖੇਤੀਬਾੜੀ ਦਾ ਕੰਮ, ਕਿਉਂਕਿ ਫਾਰਮਿੰਗ ਬੈਕਗਰਾਉਂਡ ਹੈ, ਪਰ ਮੈਂ ਕੁਦਰਤੀ ਖੇਤੀ ਵੀ ਕੁਛ ਲੋਕ ਸ਼ੁਰੂ ਕਰਦੇ ਮੇਰਾ ਪਿੰਡ ਵਿੱਚ। ਵਿਸ਼ਨੂੰ ਸਨ, ਮੈਂ ਸੋਚਿਆ ਵੀ ਅਸਲੀ ਕੰਮ ਕਰਦੇ, ਕੁਦਰਤ ਦੇ ਨਾਲ ਕੰਮ ਕਰਦੇ, ਇਸ ਤਰ੍ਹਾਂ ਕਰਨਾ ਪੈਂਦਾ, ਸਸਟੇਨੇਬਲ ਹੈ, ਇਸ ਤਰ੍ਹਾਂ ਕਰਨਾ ਪੈਂਦਾ, ਅਸਲੀ ਖੇਤੀ ਇਸ ਤਰ੍ਹਾਂ। ਜੀ ਫਿਰ ਵੈਸੇ ਇਸ ਟਾਈਮ ਸਿਸਟਮ ਔਰ, ਪਰ ਕਾਫੀ ਖੇਤੀਬਾੜੀ ਦਾ ਕੰਮ ਕੀਤਾ ਵੇ ਟੂ ਫਾਈਨੈਂਸ ਮਾਈ ਟਰੈਵਲਸ। ਪਰ ਕਾਫੀ ਦੇਸ਼ ਦੇਖਿਆ, 20 ਦੇਸ਼ ਉੱਪਰ ਦੇਖਿਆ। ਅੱਛਾ ਜੀ। ਕਾਫੀ ਫਿਰ ਕੁਛ ਸਿੱਖਿਆ ਰਸਤੇ ਵਿੱਚ ਵੈਸੇ, ਕਿਉਂਕਿ ਇਹ ਪੜ੍ਹਾਈ ਸੀਗੀ ਵੈਸੇ। ਫਿਰ ਸਿੱਖ ਧਰਮ ਇੰਡੀਆ ਪਹਿਲੀ ਵਾਰ ਆਇਆ ਸੀ, ਮੈਂ 19 ਸਾਲ ਦੀ ਉਮਰ ਸੀਗਾ। ਜੀ ਤੇ ਓਵਰਲੈਂਡ ਟਰੈਵਲ ਕੀਤਾ। ਪਹਿਲੇ ਕੰਮ ਕੀਤਾ ਸਵਿਟਜ਼ਰਲੈਂਡ, ਸਾਈਕਲ ਤੇ ਗਿਆ ਸੀ ਸਾਊਥ ਆਫ ਫਰਾਂਸ ਤੋਂ ਸਵਿਟਜ਼ਰਲੈਂਡ ਤੱਕ। ਅੱਛਾ ਜੀ। ਫਿਰ ਉੱਥੇ ਕੰਮ ਕੀਤਾ, ਖੇਤੀਬਾੜੀ ਦਾ ਕੰਮ ਕੀਤਾ। ਜੀ ਫਿਰ ਬਾਅਦ ਉਹ ਇਟਾਲੀ, ਯੂਗੋਸਲਾਵੀਆ, ਇਸ ਟਾਈਮ ਯੂਗੋਸਲਾਵੀਆ ਸੀਗਾ, ਫਿਰ ਗ੍ਰੀਸ, ਫਿਰ ਤੁਰਕੀ, ईरान, अफगानिस्तान, पाकिस्तान क्रॉस किया। फिर इंडिया 9 महीने सारा हिंदुस्तान देखा, लद्दाख तो कन्याकुमारी तक। 3 महीने श्रीलंका, 1 महीना नेपाल, फिर वापस गया। इस टाइम सिख धर्म डिस्कवर किया। फिर पहले वाल काट किया, क्योंकि इस टाइम हिपी आए सन ज़्यादा नशे वास्ते। फिर इस करके थोड़ा मैं थोड़ा डिफरेंट सीगा, और सोचा इस करके वाल काट किया। आई डोंट वांट टू बी मिक्स अप जी, कोई नहीं। फिर ਜਦੋਂ ਸਿੱਖ ਦੇਖਿਆ, ਮੈਂ ਕਹਿੰਦੇ ਬਹੁਤ ਵਧੀਆ, ਵੀ ਉਹ ਵੀ ਵਾਲ ਦਾੜੀ ਰੱਖਦੇ। ਫਿਰ ਕੁਦਰਤੀ ਵੀ ਅੰਮ੍ਰਿਤਸਰ ਵੀ ਗਿਆ ਸੀ ਵਾਪਸ ਜਾਣ ਤੋਂ ਪਹਿਲੇ ਯੂਰਪ। ਤੇ ਹਰਿਮੰਦਰ ਸਾਹਿਬ ਉੱਥੇ ਬੈਠਾ ਸੀ, 2 ਸਿੱਖ ਗੁਰਬਾਣੀ ਨੇ ਸਮਝਦਾ, ਪਰ ਸ਼ਾਂਤੀ ਆ ਗਿਆ ਬਸ ਕੁਦਰਤੀ। ਫਿਰ ਪੜ੍ਹਦਾ ਸੀ, ਕਿਉਂਕਿ ਵੈਸੇ ਪੰਜਾਬੀ ਨਹੀਂ ਆਉਂਦੀ ਸੀ ਇਸ ਟਾਈਮ, ਅਤੇ ਪਰ ਲਿਟਰੇਚਰ ਮਿਲ ਗਿਆ ਅੰਗਰੇਜ਼ੀ ਵਿੱਚ। ਫਿਰ ਸਿੱਖਿਆ ਸਿੱਖ ਧਰਮ ਦੇ ਬਾਰੇ। ਫਿਰ ਮੇਰੀ ਸੋਚ ਸਭ ਕੁਛ, ਕਿਉਂਕਿ ਧਰਮ ਵੀ ਛੋੜ ਦਿਆ ਇਸ ਟਾਈਮ ਜਦੋਂ ਇੰਡੀਆ ਆਇਆ ਸੀ, ਕਿਉਂਕਿ ਦੇਖਿਆ ਕਿਤਨਾ ਲੜਾਈ ਸਿੱਖ ਧਰਮ ਦਾ ਨਾਮ ਦੇ ਵਿੱਚ। ਪਰ ਮੈਂ ਦੇਖਿਆ ਕਿ ਬਿਲੀਵ ਕੀਤਾ ਪਹਿਲੇ ਸਰਬਤ ਦਾ ਭਲਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਵੀ ਭਗਤ ਰਵਿਦਾਸ, ਸ਼ੇਖ ਫਰੀਦ ਸੂਫੀ ਸੰਤ ਸੀਗਾ, ਕਬੀਰ, ਸਾਰੇ ਇੱਕ ਆਵਾਜ਼ ਸਾਰੇ ਵਾਸਤੇ, ਇੱਕ ਹਿਊਮੈਨਿਟੀ ਤੇ ਇਨਸਾਨੀਅਤ ਵਾਸਤੇ। ਇਸ ਤਰ੍ਹਾਂ ਨੇ ਇਹ ਸਿਰਫ ਸਿੱਖ ਵਾਸਤੇ, ਸਾਰੇ ਵਾਸਤੇ। ਫਿਰ ਦੇਖਿਆ ਕਿਤਨਾ ਕੁਰਬਾਨੀ ਦੂਸਰੇ ਵਾਸਤੇ, ਕੋਈ ਔਰ ਧਰਮ ਦੇਖਿਆ ਇਸ ਤਰ੍ਹਾਂ ਦੇਖਿਆ ਨਹੀਂ। ਔਰ ਪਾਸੇ ਇਸ ਤਰ੍ਹਾਂ ਕਿ ਜਦੋਂ ਗੁਰੂ ਤੇਗ ਬਹਾਦਰ ਆਪਣੀ ਜ਼ਿੰਦਗੀ ਦਿੱਤੀ ਕੁਰਬਾਨੀ ਦੂਸਰੇ ਧਰਮ ਵਾਸਤੇ, ਇਹ ਬਹੁਤ ਕਮਾਲ ਮੈਂ ਕਹਿੰਦਾ। ਫਿਰ ਕੁਦਰਤੀ ਅਟਰੈਕਸ਼ਨ ਹੋ ਗਿਆ, ਆਈ ਫੀਲ ਇਨ ਲਵ ਵਿਦ ਸਿੱਖੀ ਇਸ ਟਾਈਮ ਸ਼ੁਰੂ ਹੋ ਗਿਆ। ਫਿਰ ਵਾਪਸ ਆ ਗਿਆ, ਵਾਲ ਰੱਖਿਆ ਦੁਬਾਰਾ। ਫਿਰ ਐਂਡ ਆਫ 79 ਵਾਪਸ ਆ ਗਿਆ। ਅੱਛਾ ਜੀ। ਬੰਬੇ ਪਹੁੰਚ ਗਿਆ ਉੱਥੇ ਜੀ। ਅਤੇ
पहला काम पता किया कोई दस्तार की दुकान, फिर खरीदा 2 दस्तार, एक काला रंग एक चिट्टा रंग। अच्छा फिर जी इस टाइम तो बाद हमेशा बागबानी सी। जी ਜਦੋਂ ਵੀ ਹਾਲਾਤ ਖਰਾਬ ਸੀਗੀ ਪੰਜਾਬ ਦੇ ਵਿੱਚ, ਹਰ ਪਾਸੇ ਵੀ ਜਾਪਾਨ ਰਿਹਾ ਸੀ, ਹਰ ਪਾਸੇ ਤਕਲੀਫ ਮਿਲ ਗਿਆ। ਜੀ ਜਾਪਾਨ ਵਿੱਚ ਕਿਉਂਕਿ ਇੱਕ ਅੰਗਰੇਜ਼ ਮੈਨੂੰ ਦੱਸਿਆ ਤੇ ਜਾਪਾਨ ਟੀਚ ਕਰ ਸਕਦਾ ਫ੍ਰੈਂਚ, ਜੀ क्योंकि ज़्यादा डिमांड है नेटिव स्पीकर पर कहने यू डोंट लुक लाइक फ्रेंच नहीं लगता दस्तार हाँ जी हाँ जी कहने भी शेव करना पड़ेगा, दस्तार खुलना पड़ेगा क्योंकि नौकरी मिलना बहुत ही मुश्किल होगा। मैं कहना नहीं, ये कॉम्प्रोमाइज़ नहीं करेगा, ये मुश्किल फिर वापस जाएगा, पर इस तरह इस स्वरूप विच रहूगा। वाह। फिर वाहगुरू दी कृपा, फिर कुदरती प्राइवेट स्टूडेंट मिल गया, फिर गार्डनिंग भी किया। ਤੁਸੀਂ ਇੱਕ ਮੈਨੂੰ ਮੇਰਾ ਸਵਾਲ ਇੱਥੇ ਆ ਰਿਹਾ ਜੀ, ਤੁਸੀਂ ਫਰਾਂਸ ਤੋਂ ਆ ਕੇ ਇੱਕ ਕੰਪਰੋਮਾਈਜ਼ ਨਹੀਂ ਕਰਦੇ ਹੋ ਜੌਬ ਦੇ ਲਈ ਵੀ ਨਹੀਂ ਮੈਂ ਸਰੂਪ ਨੂੰ ਰੱਖਣਾ, ਪਰ ਅਸੀਂ ਵਿਦੇਸ਼ ਜਾਂਦੇ ਆ ਜੀ, ਸਾਡੇ ਨੌਜਵਾਨ ਇਸ ਧਰਤੀ ਤੇ ਜਿੱਥੇ ਗੁਰੂ ਹੋਏ ਨੇ, ਗੁਰੂ ਸਾਹਿਬਾਨ ਹੋਏ ਨੇ, ਤੇ ਉੱਥੇ ਜਾ ਕੇ ਕਹਿੰਦੇ ਆ ਜੀ ਵੀ ਇਹ ਤਾਂ ਮਜਬੂਰੀ 'ਚ ਕਟਾਉਣੇ ਪੈਂਦੇ ਆ ਜੀ ਸਾਨੂੰ ਕੇਸ। ਇਸ ਤਰ੍ਹਾਂ ਹੁੰਦਾ ਉਹ ਦੇਖੋ, ਜਦੋਂ ਦੋ ਚੀਜ਼ਾਂ ਕਈ ਲੋਕ ਵੀ ਇੱਥੇ ਲੋਕ ਨਹੀਂ ਮੰਨਦੇ ਕਿਉਂਕਿ ਗੁਰੂ ਸਾਹਿਬਾਨ ਦਾ ਜਨਮ ਅਸਥਾਨ, ਸਿੱਖੀ ਦਾ ਜਨਮ ਅਸਥਾਨ, ਫਿਰ ਉਹ ਲੋਕ ਨਹੀਂ ਮੰਨਦੇ, ਪਰ ਬਾਹਰ ਜਾਂਦੇ ਕਈ ਵਾਰੀ ਸਿੱਖੀ ਵਾਪਸ ਆ ਰਹੇ, ਪਰ ਦੂਸਰੇ ਵੀ ਉਹ ਬਸ ਖਤਮ ਕਰਦੇ ਸੋਚਦੇ ਇੰਟੀਗ੍ਰੇਸ਼ਨ ਵਾਸਤੇ। ਫਿਰ ਉਹ ਵਾਲ ਕਟਾਈ, ਫਿਰ ਦੇਖਿਆ ਦੋ ਟਾਈਪ। ਆਸਟ੍ਰੇਲੀਆ ਦੇਖਿਆ ਜ਼ਿਆਦਾ ਸਿੱਖੀ ਵੀ ਕਿੱਥੇ ਲੋਕ ਵਾਪਸ ਆ ਗਈ ਸੇਰੀ। ਜਦੋਂ ਬਾਹਰ ਰਹਿੰਦੇ, ਜਦੋਂ ਲੋਕ ਪਿਆਸ ਲੱਗੀ समझते पानी की चीज़ है जी जी जो खुला है पानी उन्हें सोचते प्यास की है। फिर जो दूर रहते और देश अपनी भाषा भी नहीं बोलते, फिर जाएंगे गुरुद्वारे विच, क्योंकि जब दूर में देखिया 50 माइल भी ट्रैवल करते, मैं देखिया आस्ट्रेलिया सिर्फ संगत दीवान मिलन वास्ते, उत्ते संगत मिलन वास्ते। फिर कुदरती भी कदे कदे सिक्खी वापस आ रही, पर इस तरह होंदा सब कुछ भी वाहिगुरू दी दा पाना, वाहिगुरू दी कृपा। मैं कुदरती इस रास्ता में कंप्रोमाइज़ नहीं करेगा, पर लोग अप्रीशिएट नहीं करते कि उन्होंने दे कोल की है, इस करके बस ये सब कुछ है, पर वो सोचते बाहर जाना पैंदा। ते मैं देखिया 82 इंग्लैंड विच काम किया, उत्ते बेकरी का काम किया रोजी रोटी वास्ते जी। साउथ हॉल विच रहा सी 10 साल उत्ते संगत वास्ते, क्योंकि हालात खराब सी, कई साल पंजाब दे विच वीज़ा भी नहीं मिल गया। तो मैं देखिया लोग उत्ते जाते काम करते, फिर पंजाबी दे नाल काम किया, वैसे बेकरी का काम किया रोजी रोटी वास्ते, पर उत्ते भी इवनिंग क्लास गया सी, क्योंकि गया सी उत्ते सिक्खी करके जी जी गुरमुखी सिखण वास्ते और संगत वास्ते। फिर जॉइन किया ब्रिटिश रेड क्रॉस भी, नर्सिंग कोर्स फर्स्ट एड कंप्लीट किया उत्ते, क्योंकि रेड क्रॉस भी वो भी सेवा करते, सरबत दा भला भी उत्ते देखिया, कुछ सिक्खी धर्म भी विचों भी फॉलो करते, वैसे और सेवा करते सारे वास्ते जी। फिर पर मेरा दिल इत्थे इंडिया रहना, ते अमृत रखिया 91 विच। अच्छा जी। कई बारी वापस आ गया इंडिया विच, पर 91 अमृत छकिया आनंदपुर साहब तो जी। ते इस करके इत्ते मैं लोग पूछते क्यों इत्ते चॉइस किया आनंदपुर साहब कोल रहना, इत्ते बैकवर्ड एरिया से। मैं भी यही सवाल करना चाहता सी भी इस एरिया ਨੂੰ ਕਿਉਂ ਚੁਣਿਆ। सब तो पहले अमृत छकिया आनंदपुर साहब तो इत्ते मेरा दूजा जन्म स्थान, ठीक है, खालसे का जन्म स्थान इत्ते अमृत छकिया। मेरा नाम दर्शन सिंह इत्थों भी मिल गया जी, ते 91 विच। और हले तक भी कुदरत इत्थे है, तो कुदरती खेती वास्ते भी ठीक है, शांति भी है, इस करके चॉइस किया। वाह जी, कमाल ਦਾ ਜਵਾਬ ਹੈ, ਕਿਉਂਕਿ ਸਰਦਾਰ ਦਰਸ਼ਨ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਏਰੀਏ ਦੇ ਵਿੱਚ ਪੈਂਦਾ ਹੈ, ਨੂਰਪੁਰ ਬੇਦੀ, ਉਸ ਇਲਾਕੇ ਦੇ ਵਿੱਚ ਰਹਿੰਦੇ ਨੇ, ਤੇ ਇਹਨਾਂ ਦਾ ਇਹ ਕਹਿਣਾ ਵੀ ਇਹ ਮੇਰਾ ਜਨਮ ਸਥਾਨ ਹੈ, ਕਿਉਂਕਿ ਜਦੋਂ ਸਿੱਖ ਨੇ ਅੰਮ੍ਰਿਤ ਪਾਨ ਕਰ ਲਿਆ ਤਾਂ ਉਹ ਤੋਂ ਬਾਅਦ ਫਿਰ ਉਹਦਾ ਜਨਮ ਭੂਮੀ ਜਿਹੜੀ ਹੈਗੀ ਉਹ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਬਣ ਜਾਂਦੀ ਹੈ। ਸੋ ਸਾਨੂੰ ਨੌਜਵਾਨਾਂ ਨੂੰ ਵੀ ਜ਼ਰੂਰ ਸਿੱਖਣ ਦੀ ਜ਼ਰੂਰਤ ਹੈਗੀ ਹੈ। ਅਤੇ ਇੱਕ ਤੁਸੀਂ ਕੁਦਰਤੀ ਖੇਤੀ ਨੂੰ ਹੀ ਚੁਣਦੇ ਹੋ ਜੀ,
ਜਦੋਂ ਕਿ ਵੱਧ ਕਮਾਈ ਤਾਂ ਆਪਾਂ ਜੀ ਖਾਦਾਂ ਦੀ ਬਜਾਏ ਇਕੱਲੀ ਹੋਰ ਜਿਵੇਂ ਹਰੀ ਕ੍ਰਾਂਤੀ ਆਈ ਹੈ ਜੀ, ਉਹ ਕੈਮੀਕਲ ਵਗੈਰਾ ਪਾ ਕੇ ਆਪਾਂ ਵੱਧ ਕਮਾਈ ਕਰ ਸਕਦੇ, ਕੁਦਰਤੀ ਖੇਤੀ ਕਿਉਂ? ਕਿਉਂਕਿ ਇਹ ਸਸਟੇਨੇਬਲ ਹੈ। ਦੇਖੋ ਪਹਿਲੇ ਪੰਜਾਬ ਦੇ ਵਿੱਚ ਸਾਰਾ ਕੁਦਰਤੀ ਖੇਤੀ ਜੀ, ਗ੍ਰੀਨ ਰੈਵੋਲੂਸ਼ਨ ਤੋਂ ਪਹਿਲੇ ਸਾਰਾ ਲੋਕ ਸ਼ੁੱਧ ਖਾਣਾ ਮਿਲਦੇ, ਆਪਣੇ ਹੱਥ ਵੀ ਕੰਮ ਕਰਦੇ ਜੀ, ਤੇ ਗੁਰੂ ਨਾਨਕ ਦੇਵ ਜੀ ਨਾਮ ਰੱਖਿਆ ਉੱਤਮ ਖੇਤੀ। 18 ਸਾਲ ਵੀ ਆਪਣੇ ਹੱਥ ਵੀ ਕੰਮ ਕੀਤਾ ਕਰਤਾਰਪੁਰ ਦੇ ਵਿੱਚ ਜੀ, ਅਤੇ ਇਸ ਟਾਈਮ ਵੀ ਸਾਰਾ ਵੈਸੇ ਕੁਦਰਤੀ ਖੇਤੀ ਤੇ ਫਸਲ ਜ਼ਿਆਦਾ ਮਿਕਸ ਕ੍ਰੌਪ ਰੋਟੇਸ਼ਨ ਵੀ ਚੱਲ ਰਹੀ ਸੀ, ਕੁਦਰਤ ਦੇ ਨਾਲ ਵੀ ਕੰਮ ਕਰਦੇ ਸਨ ਪਹਿਲੇ ਜੀ, ਔਰ ਜੇ ਕੁਦਰਤ ਦੇ ਨਾਲ ਕੰਮ ਕਰਦੇ ਵੀ ਸ਼ੁੱਧ ਖਾਣਾ ਮਿਲਦੇ, ਫਿਰ ਉੱਤਮ ਖੇਤੀ ਸਭ ਤੋਂ ਜ਼ਿਆਦਾ ਖੇਤੀਬਾੜੀ ਦਾ ਕੰਮ ਸਭ ਤੋਂ ਜ਼ਿਆਦਾ ਮੁਸ਼ਕਿਲ ਹੈ। ਪਰ ਜੀ, ਜੇ ਉੱਤਮ ਖੇਤੀ ਕਿਉਂਕਿ ਵੀ ਕਿਸਾਨੀ ਦੇ ਨਾਲ ਵੀ ਕਿਰਤ ਕਰਨਾ ਕਰ ਸਕਦੇ, ਨਾਮ ਜਪਣਾ ਵੀ ਕਰ ਸਕਦੇ, ਬਾਣੀ ਚੱਕਣਾ ਵੀ ਕਰ ਸਕਦੇ, ਬਾਕੀ ਕੁਦਰਤ ਦੇ ਨਾਲ ਵਿੱਚ ਰਹਿਣਾ ਸਭ ਤੋਂ ਵਧੀਆ ਰਸਤਾ ਵੀ ਇਸ ਕਰਕੇ ਪਰ ਗ੍ਰੀਨ ਰੈਵੋਲੂਸ਼ਨ ਸਾਰਾ ਤੁਰ ਗਿਆ ਸਿਸਟਮ। ਸਭ ਤੋਂ ਪਹਿਲੇ ਵੀ ਸਿਰਫ ਤਕਰੀਬਨ 2 ਮੇਨ ਫਸਲ ਪੰਜਾਬ ਦੇ ਵਿੱਚ ਜੀਰੀ ਕਣਕ ਜੀ, ਜ਼ਮੀਨ ਵੀ ਠੱਕ ਹੁੰਦੀ ਕਿਉਂਕਿ ਜ਼ਿਆਦਾ ਕੈਮੀਕਲ ਵੀ ਯੂਜ਼ ਕਰਦੇ, ਕੈਂਸਰ ਵੀ ਇਨਕਰੀਜ਼ ਹੋ ਗਿਆ ਪੰਜਾਬ ਦੇ ਵਿੱਚ। ਜੇ ਅਸੀਂ ਬਾਦਲ ਨਹੀਂ ਕਰਦੇ ਇਸ ਖੇਤੀ, ਕੋਈ ਫਿਊਚਰ ਨਹੀਂ ਹੋਵੇਗਾ ਪੰਜਾਬ ਵਾਸਤੇ ਜੀ। ਫਿਰ ਪਹਿਲੇ ਲੋਕ ਸਿਰਫ ਲੂਣ ਖਰੀਦਣਾ ਦੀ ਲੋੜ ਸੀਗਾ ਜੀ, ਪਹਿਲੇ ਸਾਰਾ ਖਾਣਾ ਤਿਆਰੀ ਕਰਦੇ, ਪ੍ਰੋਡਿਊਸ ਕਰਦੇ ਸਾਰਾ ਫਾਰਮ ਦੇ ਵਿੱਚ ਬਿਲਕੁਲ, ਅਤੇ ਸ਼ੁੱਧ ਖਾਣਾ ਵੀ ਮਿਲਦੇ ਸਨ। ਫਿਰ ਹੁਣ ਪਾਣੀ ਅਸ਼ੁੱਧ, ਖਾਣਾ ਅਸ਼ੁੱਧ, ਕੈਂਸਰ ਵੱਧ ਹੋ ਗਿਆ ਸਭ ਤੋਂ ਜ਼ਿਆਦਾ ਪੰਜਾਬ। ਗ੍ਰੀਨ ਐਵੋਲੂਸ਼ਨ ਦੀ ਦੇਣ ਹੈ ਜੀ। ਹਾਂ, ਗ੍ਰੀਨ ਰੈਵੋਲੂਸ਼ਨ ਨਾਮ ਰੱਖਿਆ ਗ੍ਰੀਡ ਰੈਵੋਲੂਸ਼ਨ, ਲਾਲਚ, ਕਿਉਂਕਿ ਅਸੀਂ ਜ਼ਿਆਦਾ ਓਵਰ ਐਕਸਪਲੋਇਟ ਗ੍ਰੀਡ ਹਾਂਜੀ ਪਾਣੀ ਜ਼ਮੀਨ ਸਭ ਕੁਝ ਜ਼ਿਆਦਾ ਖਿੱਚਦੇ, ਫਿਰ ਕੁਦਰਤ ਵਾਪਸ ਦਿੰਦੀ। ਮੈਂ ਦੇਖਿਆ ਇਹ ਜ਼ਮੀਨ ਅਸੀਂ ਖਰੀਦੇ 12 ਕਿੱਲੇ 98 ਵਿੱਚ, ਇਹ ਜ਼ਮੀਨ ਵੀ ਰੇਤਲੀ ਜ਼ਿਆਦਾ ਸੀਗੀ, ਕੁਛ ਜੰਗਲ ਦੀ ਮਿੱਟੀ ਅਸੀਂ ਚਿਕਨੀ ਮਿੱਟੀ ਡਾਲਦੇ ਵਿੱਚੋਂ, ਫਿਰ ਦੇਖਿਆ ਹਰੀ ਖਾਦ ਗੋਬਰ ਵੀ ਸਾਰੇ ਰੀਯੂਜ਼ ਕਰਦੇ, ਪਾਤੇ ਵੀ ਰੱਖਦੇ ਤੇ। ਜੇ ਸਰ ਇਹ ਗ੍ਰੀਨ ਰੈਵੋਲੂਸ਼ਨ ਨਾ ਆਉਂਦਾ ਫਿਰ ਜਿਹੜੇ ਕਾਰਪੋਰੇਟ ਘਰਾਣੇ ਆ ਜੀ, ਫਿਰ ਉਹਨਾਂ ਦਾ ਪਾਣੀ ਕਿਵੇਂ ਵਿਕਦਾ ਜੀ? 20 ਰੁਪਏ ਦੀ ਬੋਤਲ 1 ਲੀਟਰ ਦੀ ਕਿਵੇਂ ਵਿਕਦੀ ਜੀ ਜੇ ਪਾਣੀ ਅਸ਼ੁੱਧ ਨਾ ਹੁੰਦਾ? ਤੇ ਜੇ ਪਹਿਲੇ ਵੀ ਲੋਕ ਕਹਿੰਦੇ ਵੀ ਤੋਆ ਕਰਨਾ ਪਾਣੀ ਸ਼ੁੱਧ ਸੀਗਾ, ਇੰਨਾ ਕੈਮੀਕਲ ਆ ਰਹੇ ਵਿੱਚੋਂ, ਤੇ ਫਿਰ ਸਾਈਡ ਇਫੈਕਟ ਬਹੁਤ ਜ਼ਿਆਦਾ, ਫਿਰ ਪਾਣੀ ਹੁਣ ਥੱਲੇ ਗਿਆ ਹੋਰ ਜ਼ਿਆਦਾ। ਇਹ ਕਿਤੇ ਕਿਤੇ ਅਸੀਂ ਪਾਪ ਕਰ ਰਹੇ ਕਹਿ ਲਈਏ। ਬਿਲਕੁਲ ਜਦੋਂ ਜ਼ਿਆਦਾ ਡੂੰਘਾ ਹੋ ਜਾਏਗਾ ਫਿਰ ਕੀ ਕਰਾਂਗੇ। ਚਾਵਲ ਵੀ ਪਾਣੀ ਬਹੁਤ ਸਭ ਤੋਂ ਜ਼ਿਆਦਾ ਪਾਣੀ ਮੰਗਦੀ ਇਸ ਫਸਲ, ਤੇ ਚਾਵਲ ਵੀ ਪੰਜਾਬੀ ਦਾ ਖਾਣਾ ਵੀ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਜੀ ਮਾਤਾ ਧਰਤ ਮਹਤ, ਮਾਂ ਦਾ ਰੁਤਬਾ ਕਿ ਆਪਣੀ ਮਾਂ ਨੂੰ ਜ਼ਹਿਰ ਕੌਣ ਦਿੰਦਾ ਹੈ ਜੀ? ਕੋਈ ਨਹੀਂ ਦਿੰਦਾ ਸਰ। ਇਸ ਕਰਕੇ ਪਾਪ ਹੈ। ਤੇ ਜੇ ਅਸੀਂ ਧਰਤੀ ਪੋਲਿਊਟ ਕਰਦੇ ਆਪਣੀ ਮਾਤਾ ਵੀ ਗੁਰਸਿੱਖੀ ਦੇ ਵੀ ਰੂਟ, ਬਸ ਸਿੰਪਲ ਐਸ ਦਿਸ। ਹਾਂਜੀ, ਅਤੇ ਇਸ ਕਰਕੇ ਮੈਂ ਸੋਚਦਾ ਇਸ ਤਰ੍ਹਾਂ ਕਰਨਾ। ਫਿਰ ਕਿਰਪਾ ਮੇਰਾ ਪਿਤਾ ਜੀ ਵੀ ਮੌਤ ਹੋ ਗਏ, ਉਹਨਾਂ ਕਾਫੀ ਉਮਰ ਸੀਗੇ, 84 ਸਾਲ ਦੀ ਉਮਰ, ਕਈ ਸਾਲ ਹੋ ਗਏ, ਪਰ ਉਹ ਵੀ ਸੋਚਦੇ ਵੀ, ਅਤੇ ਜਦੋਂ ਮੌਤ ਹੋ ਗਏ ਤਕਰੀਬਨ 80% ਆਰਗੈਨਿਕ ਸੀਗਾ ਉਹਨਾਂ ਦੀ ਜ਼ਮੀਨ। ਅੱਛਾ। ਤੇ ਫਲ ਦੇ ਬੂਟੇ ਅਤੇ ਓਲੀਵ ਜੈਤੂਨ ਬੋਲਦੇ ਅਤੇ ਓਲੀਵ ਆਇਲ ਵਾਸਤੇ, ਔਰ ਬਦਾਮ ਵੀ ਹੈ ਸਾਊਥ ਆਫ ਫਰਾਂਸ ਤੋਂ। ਅਤੇ ਇੱਕ ਭਰਾ ਵੀ ਜ਼ਮੀਨ ਅਸੀਂ ਚਾਰ ਭਰਾ ਅਸੀਂ ਡਿਵਾਈਡ ਨਹੀਂ ਕਰਦੇ ਜ਼ਮੀਨ, ਇੱਕ ਭਰਾ ਪੂਰੀ ਸੇਵਾ ਕੀਤੀ ਜ਼ਮੀਨ ਮਾਂ ਪਿਓ ਦੀ, ਫਿਰ ਅਸੀਂ ਸਾਈਨ ਫਰਾਂਸ 'ਚ ਜੀ ਜ਼ਮੀਨ ਡਿਵਾਈਡ ਨਹੀਂ ਕਰਦੇ, ਤੀਜਾ ਭਰਾ ਵਿੱਚੋਂ ਮੈਂ 4 ਨੰਬਰ ਵਿੱਚੋਂ। ਠੀਕ ਹੈ। ਫਿਰ ਜ਼ਮੀਨ ਸੰਭਲ ਰੱਖਿਆ ਅਤੇ ਜ਼ਮੀਨ ਅਸੀਂ ਡਿਵਾਈਡ ਨਹੀਂ ਕਰਦੇ, ਇਸ ਤਰ੍ਹਾਂ ਸਾਈਨ ਕਰਦੇ ਕਈ ਸਾਲ ਪਹਿਲੇ, ਫਿਰ ਲੜਾਈ ਨਹੀਂ ਹੋਵੇਗਾ। ਫਿਰ ਇਹ ਭਰਾ ਕੰਮ ਕੀਤਾ ਜ਼ਮੀਨ ਉਹ ਵੀ ਕੋਸ਼ਿਸ਼ ਕਰ, ਤੁਹਾਡੇ ਮਾਤਾ ਪਿਤਾ ਨੇ ਨਹੀਂ ਕੋਸ਼ਿਸ਼ ਕਰਦੇ ਕੁਦਰਤੀ ਖੇਤੀ ਕਰਨਾ। ਮਾਤਾ ਪਿਤਾ ਨੇ ਨਹੀਂ ਤੁਹਾਡੇ ਨੇ ਰੋਕਿਆ ਵੀ ਤੁਸੀਂ ਦੂਜੇ ਦੇਸ਼ ਨਾ ਜਾਓ, ਇੱਥੇ ਹੀ ਕੰਮ ਕਰੋ? ਨਹੀਂ, ਮੇਰਾ ਪਿਤਾ ਜੀ ਤਕਲੀਫ ਸੀਗਾ ਜਦੋਂ ਪੜ੍ਹਾਈ ਚੜ ਦਿੱਤੀ ਸਭ ਕੁਝ, ਉਹ ਇਸ ਟਾਈਮ ਗੜਬੜ ਸੀਗਾ, ਉਹ ਡਰਦੇ ਵੀ ਕਾਫੀ ਦੇਸ਼ ਦੇ ਕਿਆ ਸੋਚੇ ਮੈਂ ਉਹ ਗਲਤ ਰਸਤਾ ਫॉलो ਕਰੇਗਾ, ਪਰ ਉਹ ਪਤਾ ਲੱਗ ਗਿਆ ਵੀ ਕਾਫੀ ਸਿੱਖਿਆ ਤੇ ਔਰ ਪੜ੍ਹਦੇ ਸਿੱਖ ਧਰਮ ਦੇ ਬਾਰੇ ਪ੍ਰਭਾਵਿਤ ਹੋਏ, ਉਹ ਵੀ ਸਿੱਖੀ ਤੋਂ ਵਿੱਚ ਹਾਂ ਨੇ ਖੁਸ਼ ਹੋ ਗਏ ਵੇ, ਤੇ ਉਹ ਵੀ ਪਤਾ ਲੱਗਿਆ। ਮੇਰੀ ਸੋਚ ਜਦੋਂ ਛੋਟਾ ਸੀਗਾ ਉਹ ਸੋਚੇ ਵੀ ਵਾਹਿਗੁਰੂ ਦਾ ਪਾਣਾ, ਵਾਹਿਗੁਰੂ ਦੀ ਕਿਰਪਾ, ਇਸ ਰਸਤਾ ਮਿਲ ਗਿਆ, ਬਸ ਕੋਈ ਤਕਲੀਫ ਨਹੀਂ। ਮਤਲਬ ਕਿ ਮਾਤਾ ਪਿਤਾ ਨੇ ਵੀ ਇਹ ਕਬੂਲ ਕੀਤਾ, ਬਹੁਤ ਵਧੀਆ ਧਰਮ। ਨਹੀਂ ਬਿਲਕੁਲ ਐਕਸੈਪਟ ਕਰਦੇ ਪੂਰਾ, ਤੇ ਕੋਈ ਤਕਲੀਫ ਨਹੀਂ ਸੀਗਾ, ਇਹ ਬੜੀ ਕਿਰਪਾ। ਫਿਰ ਅੱਛਾ, ਇੱਕ ਹੋਰ ਗੱਲ ਅੰਮ੍ਰਿਤ ਛਕਿਆ ਅਨੰਦਪੁਰ ਸਾਹਿਬ ਤੋਂ ਜੀ,
ਤੇ ਬਾਅਦ ਲੜਾਈ ਸੀਗਾ ਫ੍ਰੈਂਚ ਸਰਕਾਰ ਕਿਉਂ ਹੁਣ ਬ੍ਰਿਟਿਸ਼ ਬਣ ਗਿਆ ਫ੍ਰੈਂਚ ਨੈਸ਼ਨੈਲਿਟੀ ਛੱਡ ਦਿੱਤੀ ਐਜ਼ ਅ ਪ੍ਰੋਟੈਸਟ ਜੀ ਕਿਉਂਕਿ ਜਦੋਂ ਅਮਰੀਕ ਚਾਕਿਆ ਅਪਲਾਈ ਕੀਤਾ ਮੇਰਾ ਪਿਤਾ ਜੀ ਵੀ ਮਦਦ ਕੀਤਾ ਕੋਰਟ ਕੇਸ ਹੋ ਗਿਆ ਮੇਰਾ ਨਾਮ ਐਕਸੈਪਟ ਕਰਨਾ ਮੇਰਾ ਨਵਾਂ ਨਾਮ ਦਰਸ਼ਨ ਸਿੰਘ ਜੀ ਤੇ ਪਹਿਲੇ ਕ੍ਰਿਸਚੀਅਨ ਨਾਮ ਸੀਗਾ ਫਿਰ ਪਰ ਸੈਕੂਲਰ ਕਾਨੂੰਨ ਫਰਾਂਸ ਦੇ ਵਿੱਚ ਮਨਾ ਕਰਦੇ ਨਾਮ ਬਦਲਣਾ ਧਰਮ ਦਾ ਨਾਮ ਵਾਸਤੇ ਜੀ ਤੇ ਫਿਰ ਕੇਸ ਹੋ ਗਿਆ ਮੇਰਾ ਕੇਸ ਡਿਸਮਿਸ ਹੋ ਗਿਆ ਪੱਗ ਵਾਲੀ ਫੋਟੋ ਵੀ ਮਨਾ ਕਰਦੇ ਪਾਸਪੋਰਟ ਦੇ ਵਿੱਚ ਅੱਛਾ ਜੀ ਉਹ ਨੰਗੇ ਸਿਰ ਫੋਟੋ ਦੇਣਾ ਪੈਣਾ ਜੀ ਫਿਰ ਕਾਫੀ ਲੜਾਈ ਸੀਗਾ ਕਾਫੀ ਟਾਈਮ ਪੈਸੇ ਵੇਸਟ ਕੀਤਾ ਫਿਰ ਇੰਗਲੈਂਡ ਉੱਤੇ ਮੇਰਾ ਨਾਮ ਬਦਲ ਗਿਆ ਉਹ ਤੇ ਸਿੰਪਲ ਫਾਰਮੈਲਿਟੀ ਹੈ ਫਿਰ ਜਦੋਂ ਪਤਾ ਲੱਗ ਗਿਆ ਫ੍ਰੈਂਚ ਸਰਕਾਰ ਮਨਾ ਕਰਦੇ ਉਹ ਨਾਮ ਬਦਲਣਾ ਫਿਰ ਅਪਲਾਈ ਕੀਤਾ ਬ੍ਰਿਟਿਸ਼ ਸਿਟੀਜ਼ਨਸ਼ਿਪ ਵਾਸਤੇ ਜੀ ਫਿਰ ਜਦੋਂ ਬ੍ਰਿਟਿਸ਼ ਬਣ ਗਿਆ ਫ੍ਰੈਂਚ ਨੈਸ਼ਨੈਲਿਟੀ ਛੱਡ ਦਿੱਤੀ ਉਹਨਾਂ ਨੂੰ ਦੱਸਿਆ ਤੁਸੀਂ ਸਿੱਖ ਆਈਡੈਂਟੀਟੀ ਨਹੀਂ ਮੰਨਦੇ ਮੈਂ ਫ੍ਰੈਂਚ ਨੈਸ਼ਨੈਲਿਟੀ ਰੱਖਣਾ ਵੀ ਨਹੀਂ ਮੰਨਦਾ ਫਿਰ ਬ੍ਰਿਟਿਸ਼ ਬਣ ਗਿਆ ਤੇ ਫਿਰ ਫ੍ਰੈਂਚ ਨੈਸ਼ਨੈਲਿਟੀ ਹੁਣ ਇੱਥੇ ਦੀ ਨੈਸ਼ਨੈਲਿਟੀ ਹੈਗੀ ਤੁਹਾਡੇ ਕੋਲ ਸਿਟੀਜ਼ਨਸ਼ਿਪ ਬ੍ਰਿਟਿਸ਼ ਇੰਡੀਆ ਪਰਮਾਨੈਂਟ ਵੀਜ਼ਾ ਮਿਲ ਗਿਆ ਸੀਆਈ ਕਾਰਡ ਪਰ ਉਹ ਬ੍ਰਿਟਿਸ਼ ਨੈਸ਼ਨੈਲਿਟੀ ਰੱਖਿਆ ਵੋਟ ਕਰ ਸਕਦੇ ਹੋ ਤੁਸੀਂ ਇੱਥੇ ਨਹੀਂ ਵੋਟ ਨਹੀਂ ਕਰ ਸਕਦਾ ਅੱਛਾ ਜੀ ਚੰਗੀ ਗੱਲ ਵੈਸੇ ਠੀਕ ਸਹੀ ਗੱਲ ਹੈ ਕਿਉਂਕਿ ਰਾਜਨੀਤੀ ਜੋ ਇੱਥੇ ਦੀ ਲੋੜ ਨਹੀਂ ਠੀਕ ਹੈ ਲੋੜ ਨਹੀਂ ਮਤਲਬ ਕਿ ਇਹ ਕਹਿਣਾ ਦਾ ਵੀ ਇੱਧਰ ਨੂੰ ਆਪਾਂ ਚਰਚਾ ਨਾ ਛੇੜੀਏ ਹਨਾ ਜੀ ਤੇ ਮੈਨੂੰ ਇਹ ਦੱਸੋ ਜਿਵੇਂ ਤੁਸੀਂ ਜੀ 10 ਏਕੜ ਦੀ 10 ਕਿੱਲਿਆਂ ਦੀ ਜ਼ਮੀਨ 12 ਕਿੱਲੇ ਖੇਤੀ ਕਰਦੇ ਹੋ ਤਾਂ ਉਹਦੇ ਨਾਲ ਗੁਜ਼ਾਰੇ ਜੋਗਾ ਕਮਾਇਆ ਜਾ ਸਕਦਾ ਕਿਉਂਕਿ ਸਾਡੇ ਨੌਜਵਾਨ 20 ਕਿੱਲੇ ਛੱਡ ਕੇ ਵਿਦੇਸ਼ ਨੂੰ ਤੁਰ ਰਹੇ ਨੇ ਕਈ ਤਾਂ ਕਹਿੰਦੇ ਵੀ ਸਿਸਟਮ ਤੋਂ ਭੱਜ ਰਹੇ ਨੇ ਕਈ ਮਾਤਾ ਪਿਤਾ ਨੂੰ ਵੈਸੇ ਹੀ ਦੇਖੋ ਦੇਖੀ ਦੁਖੀ ਕਰ ਕੀ 12 ਕਿੱਲੇ ਜ਼ਮੀਨ ਬਹੁਤ ਹੈ ਜੀ खूब हाँ 12 किले जे कुदरती खेती करना बहुत ही मेहनत की लोड़ है क्योंकि ज़्यादा गुडाई करनी पैंदी हाथ नाल क्रॉप रोटेशन के नाल भी काफ़ी मल्टी फसल की लोड़ पर एक्सट्रा रेट मिलते क्योंकि शुद्ध खाना करके गुड़ ते हल्दी जो प्रोड्यूस करते प्रीमियम रेट मिलते फिर कंपनसेट होंदा पर मेहनत की लोड़ है पर देखो जे ਹੁਣ देखिया लॉकडाउन ਦੇ ਵਿੱਚ जी जे साढ़े पास चावल है आटा है दूध है आलू है कुछ सब्जी फल बड़ी कृपा सब कुछ मिलते बाहर जाना लोड़ नहीं है फिर कितना औखा शहर ਦੇ ਵਿੱਚ ਲੋਕ ਕਿੰਨਾ ਤਕਲੀਫ ਮਿਲਦੀ ਫਿਰ ਬਹੁਤ ਹੀ ਫਾਇਦਾ ਖੇਤੀਬਾੜੀ ਦਾ ਕੰਮ ਜਦੋਂ ਤਕਲੀਫ ਆ ਰਹੀ ਵੀ ਖਾਣਾ ਮਿਲਦੇ ਤੇ बाकी की करते लोग बेचते ज़मीन पहले किसान कदे नहीं बेचते ज़मीन मर जोगे पर ज़मीन पुराना सिस्टम हुन ज़मीन बेचते फिर ਬਾਹਰ ਜਾਂਦੇ ਫਿਰ ਲੇਬਰ ਦਾ ਕੰਮ ਕਰਦੇ ਉੱਥੇ ਕਿਉਂਕਿ ਹੁਣ ਦੇ ਬੱਚਿਆਂ ਨੇ ਉਸ ਤਰ੍ਹਾਂ ਮਿਹਨਤ ਨਹੀਂ ਕੀਤੀ ਬਜ਼ੁਰਗਾਂ ਨੇ ਕੀਤੀ ਹੋਈ ਉਹ ਵੇਚਣ ਨਹੀਂ ਦਿੰਦੇ ਜੀ ਬਿਲਕੁਲ ਤੇ ਬਾਹਰ ਜਾਂਦੇ ਲੇਬਰ ਦਾ ਕੰਮ ਕਰਦੇ ਲੇਬਰ ਦਾ ਕੰਮ ਨਹੀਂ ਕਰਾਂਗੇ ਇੱਥੇ ਲੈਟਰਿਨ ਸਫਾਈ ਕਰਨਾ ਭਾਂਡੇ ਧੋਣਾ ਇਹ ਕੰਮ ਕਰਦੇ ਬਾਹਰ ਓਵਰ ਟਾਈਮ ਵੀ ਕਰਦੇ ਡਬਲ ਸ਼ਿਫਟ ਵੀ ਕਰਦੇ ਮੈਂ ਦੇਖਿਆ ਉਹਦੇ ਰਿਆਸੀ 10 ਸਾਲ ਸਾਊਥ ਹਾਲ ਦੇ ਵਿੱਚ ਜੀ ਤੇ ਇੱਥੇ ਨੇ ਕਰਾਂਗੇ ਕਿਉਂ ਇੱਥੇ ਨੇ ਕਰਦੇ ਕੰਮ ਤੇ ਕੁਝ ਟ੍ਰੇਨਿੰਗ ਵੀ ਕਰ ਸਕਦੇ ਫਿਰ ਕਿਸਾਨ ਵੀ ਕਾਰਨ ਕੀ ਤੁਸੀਂ ਵੈਸੇ ਕੀ ਅੰਦਾਜ਼ਾ ਤੁਹਾਡਾ ਵੀ ਤਜਰਬਾ ਐਕਸਪੀਰੀਅੰਸ ਹੈ ਜੀ ਤੁਸੀਂ ਕੀ ਦੇਖਦੇ ਹੋ ਵੀ ਇੱਥੇ ਨੌਜਵਾਨ ਕੰਮ ਕਿਉਂ ਨਹੀਂ ਕਰਦੇ ਇੱਥੇ ਸ਼ਾਹੀ ਕੰਮ ਵੀ ਨਹੀਂ ਕਰਨਗੇ ਪਰ ਬਾਹਰ ਜਾ ਕੇ ਜੀ ਸਾਨੂੰ ਜਿਵੇਂ ਤੁਸੀਂ ਕਿਹਾ ਵੀ ਲੈਟਰਿਨ ਵੀ ਸਾਫ਼ ਕਰਨੀ ਹੈ ਤਾਂ ਕਰ ਦਿੰਦੇ ਆ ਉਹ ਕਾਰਨ ਕੀ ਲੱਗਦਾ ਜੀ ਨਹੀਂ ਵੇ ਫਾਇਦਾ ਇੱਥੇ ਰਹਿਣਾ ਬਿਹਤਰ ਇੱਥੇ ਰਹਿਣਾ ਇੱਥੇ ਕੰਮ ਕਰਨਾ ਇੱਥੇ ਆਪਣੇ ਖੇਤ ਵਿੱਚ ਆਪਣੇ ਮਾਸਟਰ ਬਣ ਜਾਓਗੇ ਤੇ ਉੱਥੇ ਕੀ ਫਾਇਦਾ ਉੱਥੇ ਬਾਹਰ ਜਾਣਾ ਨਹੀਂ ਕਿਉਂ ਅਜਿਹਾ ਕਿਉਂ ਨੌਜਵਾਨ ਕਿਉਂ ਭੱਜ ਰਹੇ ਉਹਦਾ ਕਾਰਨ ਕੀ ਲੱਗਦਾ ਨਹੀਂ ਕੀ ਤਕਲੀਫ ਵੀ ਮਿਲਦੇ ਕਿੰਨੇ ਪੈਸੇ ਵੀ ਦਿੰਦੇ ਬਾਹਰ ਜਾਣ ਵਾਸਤੇ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਇੱਥੇ ਤੇ ਕਿੰਨੇ ਪੈਸੇ ਦਿੰਦੇ ਏਜੰਟ ਨੂੰ ਵੀ ਮਰ ਜਾਂਦੇ ਵੀ ਰਸਤੇ ਵਿੱਚ ਬਹੁਤ ਜ਼ਿਆਦਾ ਤਕਲੀਫ ਮਿਲਦੇ ਫਿਰ ਲੇਬਰ ਦਾ ਕੰਮ ਕਰਦੇ ਉੱਥੇ ਪੂਰੇ ਪੈਸੇ ਵੀ ਨਹੀਂ ਮਿਲਦੇ ਜੇ ਇਲੀਗਲੀ ਸਟੇ ਕਰਦੇ ਫਿਰ ਜ਼ੋਰ ਨਾਲ ਕੰਮ ਕਰਦੇ ਥੋੜੇ ਪੈਸੇ ਵਾਸਤੇ ਫਿਰ ਫਾਇਦਾ ਇੱਥੇ ਰਹਿਣਾ ਪੁੱਤਾ ਕੰਮ ਕਰਦੇ ਬਸ ਤੁਸੀਂ ਇੱਥੇ ਕਿੰਨੇ ਕੁ ਲੇਬਰ ਰੱਖੀ ਹੋਈ ਹੈ ਜੀ ਮੈਂ ਤਾਂ ਦੇਖਿਆ ਤੁਸੀਂ ਆਪ ਹੀ ਲੱਗੇ ਹੋਏ ਸੀਗੇ ਹੁਣ ਤੇ ਦੋ ਬੰਦੇ ਪਰਮਾਨੈਂਟ ਇੱਕ ਪਰਿਵਾਰ ਤੇ ਜਸਪਾਲ ਤੇ ਮੁੰਡਾ ਦੋਨੋਂ ਕੰਮ ਕਰਦੇ ਬਾਕੀ ਸੀਜ਼ਨ ਨਾਲ ਕਰਦੇ ਆਂਦੇ ਵੀ ਹੁਣ ਦੋ ਬੰਦੇ ਆ ਰਹੇ ਸੀਜ਼ਨ ਕਰਦੇ ਵੀ ਗੁੜ ਦਾ ਕੰਮ ਕਰਾਂਗੇ ਤੇ ਜੀ ਹੁਣ ਬਾਕੀ ਦੋ ਬੰਦੇ ਪੱਕੇ ਰਹੇ ਮੈਂ ਵੀ ਕੰਮ ਕਰਨਾ ਅਸੂਲਾਂ ਦੇ ਤਾਂ ਬਹੁਤ ਪੱਕੇ ਹੋ ਤੁਸੀਂ ਕਿਉਂਕਿ ਜੀ ਅਸੀਂ ਤੁਹਾਨੂੰ ਤੁਸੀਂ 2:30 ਵਜੇ ਦਾ ਸਮਾਂ ਦਿੱਤਾ ਅਸੀਂ ਲੇਟ ਹੋ ਗਏ ਅਸੀਂ ਮੁਆਫੀ ਵੀ ਮੰਗਦੇ ਹਾਂ ਤੁਹਾਤੋਂ ਤੁਹਾਡਾ ਕੰਮ ਖਰਾਬ ਹੁੰਦਾ ਮੈਂ ਵੈਸੇ ਇੰਡੀਆ
ਇੰਡੀਅਨ ਟਾਈਮ ਫਲੈਕਸੀਬਲ ਇੱਥੇ ਨਹੀਂ ਇਸ ਟਾਈਮ ਕਾਫੀ ਬਿਜ਼ੀ ਇਸ ਕਰਕੇ ਬਸ ਕੰਮ ਹਰ ਪਾਸੇ ਹੈ ਤੇ ਇਸ ਕਰਕੇ ਤੁਸੀਂ ਇੱਕ ਸਪੈਸ਼ਲੀ ਬਾਹਰ ਔਰ ਜਦੋਂ ਵੀ ਇੰਟਰਵਿਊ ਆ ਰਹੇ ਕਾਰੋਬਾਰ ਵੀ ਆਉਂਦੇ ਤਕਲੀਫ ਆ ਰਹੀ ਵੀ ਮਿਹਨਤ ਕਰਨੀ ਪੈਂਦੀ ਫਿਰ ਲੋਕ ਸੋਚਦੇ ਵੀ ਅਸੀਂ ਰਿਮੋਟ ਕੰਟਰੋਲ ਨਾਲ ਕੰਮ ਕਰਦੇ ਪਰ ਫਿਰ ਟਾਈਮ ਦੇਣਾ ਪੈਂਦਾ ਵੀ ਕਦੇ ਪਬਲਿਸਿਟੀ ਵੀ ਜ਼ਿਆਦਾ ਪਰ ਲੋਕ ਨਹੀਂ ਸਮਝਦੇ ਉਹ ਮਿਹਨਤ ਦੀ ਲੋੜ ਵੀ ਦੂਰੋਂ ਮਿਲਣ ਆਉਂਦੇ ਆ ਲੋਕ ਜੀ ਤੁਹਾਨੂੰ ਆਉਂਦੇ ਲੋਕ ਕਾਫੀ ਲੋਕ ਆਉਂਦੇ ਹੁਣ ਸਾਡੇ ਇੰਟਰਵਿਊ ਤੋਂ ਬਾਅਦ ਵੀ ਲੋਕਾਂ ਨੇ ਕਹਿਣਾ ਵੀ ਅਸੀਂ ਮਿਲ ਕੇ ਆਈਏ ਉਹਨਾਂ ਨੂੰ ਕਹਿ ਦਈਏ ਵੀ ਰਹਿਣ ਦਿਓ ਬਾਈ ਮਿਲਣ ਨਾ ਆਇਓ ਨਹੀਂ ਦੇਖੋ ਜੇ ਕੋਈ ਲੋਕ ਸ਼ੁਰੂ ਕਰਦੇ ਕੁਦਰਤੀ ਖੇਤੀ ਮੇਰੀ ਡਿਊਟੀ ਵੀ ਮਦਦ ਕੁਛ ਸੇਵਾ ਮਦਦ ਕਰਨਾ ਗਾਈਡੈਂਸ ਦਿੰਦਾ ਠੀਕ ਹੈ ਜੀ ਕਈ ਲੋਕ ਜੈਨੂਇਨ ਲੋਕ ਜੋ ਸੋਚਦੇ ਵੀ ਜ਼ਰੂਰੀ ਹੈ ਜਿਹੜੇ ਵੈਸੇ ਫੋਟੋਆਂ ਖਿਚਾਉਣਾ ਚਾਹੁੰਦੇ ਆਉਣ ਨੂੰ ਕਾਫੀ ਲੋਕ ਆਂਦੇ ਸਿਰਫ ਕਿਉਂਕਿ ਕਹਿੰਦੇ ਹੋ ਉਲਟੀ ਗੰਗਾ ਇਹ ਬਾਹਰੋਂ ਆਇਆ ਫਿਰ ਕਿਸ ਤਰ੍ਹਾਂ ਆ ਗਿਆ ਇੱਥੇ ਫਿਰ ਸਿਰਫ ਉਹ ਕਿਉਰਿਓਸਿਟੀ ਇਸ ਤਰ੍ਹਾਂ ਹਾਂਜੀ ਫਿਰ ਨੇ ਸੋਚਦੇ ਵੀ ਕੰਮ ਕਰਨਾ ਵੀ ਪੈਂਦਾ ਤੇ ਟਾਈਮ ਦੇਣਾ ਕਦੇ ਕਦੇ ਮੁਸ਼ਕਿਲ ਹੈ ਜਦੋਂ ਲੇਬਰ ਵੀ ਨਹੀਂ ਇਹ ਕੰਮ ਜ਼ਿਆਦਾ ਹੈ ਇਸ ਕਰਕੇ ਬਸ ਸਾਡਾ ਕੰਮ ਸਾਡਾ ਟਾਈਮ ਕੀਮਤੀ ਹੈ ਸਾਡੇ ਇੰਟਰਵਿਊ ਤੋਂ ਬਾਅਦ ਤਾਂ ਬਹੁਤ ਚੈਨਲਾਂ ਨੇ ਵੀ ਕੋਸ਼ਿਸ਼ ਕਰਨੀ ਹੈ ਜੀ ਤੁਹਾਡੇ ਤੱਕ ਪਹੁੰਚਣ ਦੀ ਸੁਣਿਆ ਦੇਣਾ ਪੈਣਾ ਵੀ ਸਾਡਾ ਟਾਈਮ ਵੇਸਟ ਕਰਨਾ ਨਹੀਂ ਚਾਹੀਦਾ ਬਸ ਗੱਲ ਵੇਸਟ ਨਹੀਂ ਕਰਨਾ ਚਾਹੀਦਾ ਬਿਲਕੁਲ ਕਿਉਂਕਿ ਵੈਸੇ ਚੰਗੇ ਇਨਸਾਨ ਮਿਲਣਾ ਹਮੇਸ਼ਾ ਖੁਸ਼ ਹੈ ਵੈਸੇ ਕੋਈ ਤਕਲੀਫ ਨਹੀਂ ਹੈ ਪਰ ਕਾਫੀ ਲੋਕ ਆਂਦੇ ਪੱਤਰਕਾਰ ਵੀ ਕੁਝ ਗਲਤ ਵੀ ਲਿਖਦੇ ਜੋ ਕਹਿੰਦਾ ਜੋ ਲਿਖਦੇ ਅਲੱਗ ਅਲੱਗ ਇਹ ਵੀ ਪਰ ਕਾਫੀ ਰਾਜਨੀਤਿਕ ਪਾਰਟੀ ਨਾਲ ਵੀ ਜੋੜ ਦਿੰਦੇ ਆ ਤੁਹਾਨੂੰ ਕਵਰੇਜ ਵੀ ਕਾਫੀ ਹੋ ਗਿਆ ਸਭ ਵੈਸੇ ਕਿ ਕਈ ਵਾਰ ਤੁਹਾਨੂੰ ਜਿਵੇਂ ਕਈ ਪੱਤਰਕਾਰਾਂ ਨੇ ਰਾਜਨੀਤਿਕ ਪਾਰਟੀਆਂ ਨਾਲ ਵੀ ਜੋੜਤਾ ਤਾਂ ਮੈਂ ਕਹਾਂਗਾ ਵੀ ਉਸ ਚੀਜ਼ ਨੂੰ ਤੁਸੀਂ ਆਪਣੇ ਮੂੰਹੋਂ ਦੱਸੋ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਹੋ ਜੀ ਨਹੀਂ ਬਿਲਕੁਲ ਦੂਰ ਹੋ ਤੁਸੀਂ ਦੂਰ ਰਹਿੰਦਾ ਪੋਲਿਟਿਕਸ ਤੋਂ ਦੂਰ ਤੋਂ ਰਹਿੰਦਾ ਪੋਲੀਟੀਸ਼ੀਅਨ ਸਾਰੇ ਨਾਸਲਿਕੀ ਵੈਸੇ ਇਸ ਕਰਕੇ ਦੂਰ ਰਹਿੰਦਾ ਦੂਰ ਸਹੀ ਗੱਲ ਹੈ ਬਿਲਕੁਲ ਅਨੰਦਪੁਰ ਸਾਹਿਬ ਕਹਿੰਦੇ ਤੁਸੀਂ ਸਾਈਕਲ ਤੇ ਜਾ ਆਉਂਦੇ ਹੋ ਕਈ ਵਾਰ ਹਾਂ ਵੈਸਾ ਕੀ ਜ਼ਰੂਰੀ ਜਾਣਾ ਉੱਥੇ ਹਾਂ ਸਾਈਕਲ ਤੇ ਜਾਂਦੇ ਹੋ ਸਾਈਕਲ ਤੇ ਹਾਂ ਨਜ਼ਦੀਕ ਹੈ ਨਹੀਂ ਫੇਰ ਵੀ ਇੱਥੋਂ ਕਿੰਨੇ ਕਿਲੋਮੀਟਰ ਹੋਣਾ ਮਾਸਟਰ ਜੀ 16 ਕਿਲੋਮੀਟਰ ਤਕਰੀਬਨ ਨਹੀਂ ਬਹੁਤੇ ਨਹੀਂ ਜੇ ਸ਼ਾਰਟਕਟ ਤੇ ਜੇ ਸ਼ਾਰਟਕਟ 10 ਕਿਲੋਮੀਟਰ 10 ਕਿਲੋਮੀਟਰ ਦੂਸਰਾ ਰਸਤਾ ਜਾਂਦਾ ਕੋਈ ਤਕਲੀਫ ਨਹੀਂ ਹੈ ਅੱਛਾ ਜੀ ਉਮਰ 64 ਦੇ ਕਰੀਬ ਹੋ ਗਈ 64 ਸਾਲ ਸਰ ਹਾਂ 64 ਹਾਂਜੀ ਬੱਚੇ ਕਿੰਨੇ ਜੀ ਬੱਚੇ ਇੱਕ ਸਟੈਪ 2 ਤੇ ਵੈਸੇ ਬੇਟੀ ਬਣ ਗਈ ਤੇ ਔਰ ਦੋ ਦੋਟੀਆਂ ਵੀ ਹੈ ਅੱਛਾ ਜੀ ਸੋ ਜੀ ਸਿੰਘ ਸਾਹਿਬ ਜੀ ਸਰਦਾਰ ਦਰਸ਼ਨ ਸਿੰਘ ਜੀ ਦੇ ਦਰਸ਼ਨ ਕਰਕੇ ਤਾਂ ਸਾਡੀ ਰੂਹ ਖੁਸ਼ ਹੋ ਗਈ ਤੇ ਬਾਕੀ ਇੱਕ ਦੇਖੋ ਜੀ ਗੁਰੂ ਨਾਨਕ ਜੀ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਦੇ ਦਰਸ਼ਨ ਕਰਨੇ ਹੋਣ ਤਾਂ ਉਹ ਇਹਨਾਂ ਚੋਂ ਨਹੀਂ ਮਿਲਦੇ ਕਿਉਂਕਿ ਇਹਨਾਂ ਨੇ ਟੋਕ ਕੇ ਕਹੇ ਹੁਣ ਬਹੁਤ ਸਾਰੇ ਅਸੀਂ ਜਾਂਦੇ ਆ ਇੰਤਜ਼ਾਰ ਕਰਦੇ ਆ 1.5 ਤੇ 2 ਘੰਟੇ ਪਰ ਇਹਨਾਂ ਨੇ ਸਾਨੂੰ ਆਉਂਦਿਆਂ ਨੂੰ ਟੋਕਿਆ ਕਹਿੰਦੇ 2:30 ਵਜੇ ਦਾ ਟਾਈਮ ਸੀਗਾ ਤੁਸੀਂ ਮੇਰਾ ਸਮਾਂ ਖਰਾਬ ਕਰਤੇ ਮੈਂ ਤੁਹਾਨੂੰ ਵੇਟ ਕਰਦਾ ਰਿਹਾ ਇਹ ਮੈਂ ਜੱਜ ਕੀਤਾ ਵੀ ਯਾਰ ਇਹ ਆ ਅਸੂਲ ਤੇ ਅਸੀਂ ਤਾਂ ਜੇ 2 ਘੰਟੇ ਵੀ ਆਪਾਂ ਫੋਨ ਕਰੀ ਜਾਂਦੇ ਆ ਵੀ ਬਾਈ ਪਹੁੰਚੇ ਨਹੀਂ ਅਸੀਂ ਹੋਰ 2 ਘੰਟੇ ਡੇਗ ਲੈਂਦੇ ਆ ਮੈਂ ਇੱਥੇ ਰਹਿੰਦਾ ਹੁਣ ਵੀ ਇੰਡੀਅਨ ਟਾਈਮ ਚੱਲਦਾ ਵੀ ਐਡਜਸਟ ਕਰਨਾ ਪੈਂਦਾ ਅੰਗਰੇਜ਼ੀ ਟਾਈਮ ਤੇ ਨਹੀਂ ਚੱਲਦਾ ਤੁਸੀਂ ਕੀ ਇੱਥੇ ਵੇਚਦੇ ਹੋ ਜੀ ਤੁਸੀਂ ਸਬਜ਼ੀ ਵਗੈਰਾ ਕੀ ਲਗਾਉਂਦੇ ਹੋ ਖੇਤੀ ਕਿਸ ਹਲਦੀ ਗੁੜ ਸਿਆਲ ਡਿਮਾਂਡ ਜ਼ਿਆਦਾ ਗੁੜ ਵਾਸਤੇ ਤੇ ਬਾਕੀ ਕੁਝ ਫਲ ਕੁਝ ਸਬਜ਼ੀ ਪਰ ਗੁੜ ਦਾ ਜ਼ਿਆਦਾ ਸਭ ਤੋਂ ਜ਼ਿਆਦਾ ਜੇ ਤੁਹਾਨੂੰ ਇੱਥੋਂ ਖਰੀਦਣ ਆਉਂਦੇ ਆ ਜੀ ਵਪਾਰੀ ਜਾਂ ਫਿਰ ਤੁਸੀਂ ਨਹੀਂ ਸਿੱਧਾ ਲੋਕ ਖਰੀਦੇਗਾ ਲੋਕ ਹੀ ਖਰੀਦਦੇ ਨੇ ਲੋਕ ਹੀ ਖਰੀਦੇ ਇਹ ਸਾਰਾ ਖਰੀਦ ਹੋ ਜਾਂਦਾ ਜੀ ਨਹੀਂ ਹੱਦਮੰਦ ਹੈ ਬਚ ਵੀ ਜਾਂਦਾ ਇੱਥੇ ਚੰਡੀਗੜ੍ਹ ਵੀ ਕਿਉਂਕਿ ਰੇਸ਼ ਵੀ ਚੰਡੀਗੜ੍ਹ ਮੇਰੀ ਫੋਈ ਵੀ ਜਾਂਦੇ ਮੰਡੀ ਤੇ ਉੱਥੇ ਸਾਮਾਨ ਵੀ ਤਿਆਰੀ ਕਰਦੇ ਪਿੰਡ ਕਿਹੜਾ ਜੀ ਨੂਰਪੁਰ ਬੇਦੀ ਦਾ ਇਹ ਕਾਂਗੜ ਪਿੰਡ ਵਿੱਚ ਕਾਂਗੜ ਹਾਂਜੀ ਸੋ ਨੂਰਪੁਰ ਬੇਦੀ ਦਾ ਕਾਂਗੜ ਪਿੰਡ ਹੈ ਦੇਸੀ ਵਧੀਆ ਕੁਦਰਤੀ ਖੇਤੀ ਦਾ ਗੁੜ ਹਲਦੀ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਆਪਾਂ ਖਰੀਦਣਾ ਵੀ ਚਾਹੁੰਦੇ ਆ ਤਾਂ ਜ਼ਰੂਰ ਅਸੀਂ ਕਵਾਂਗੇ ਕਿਉਂਕਿ ਇਹ ਨੇਕ ਦਿਲ ਇਨਸਾਨ ਨੇ ਕੋਈ ਮਨ ਦੇ ਵਿੱਚ ਕਿਸੇ ਤਰ੍ਹਾਂ ਦੀ ਬੇਈਮਾਨੀ ਨਹੀਂ ਹੈਗੀ ਕਿਉਂਕਿ ਹੁਣ ਸਾਨੂੰ ਮੁਆਫ ਕਰਿਓ ਕਹਿਣਾ ਪੈ ਰਿਹਾ ਸਾਰਿਆਂ ਤੇ ਨਹੀਂ ਕਈ ਲੋਕਾਂ ਤੇ ਸਾਡੇ ਪੰਜਾਬ ਦੇ ਪੰਜਾਬੀ ਹੀ ਬਹੁਤ ਬੇਈਮਾਨੀ ਕਰ ਜਾਂਦੇ ਆ ਪਰ ਇਹ ਗੁਰੂ ਦੇ ਅਸਲ ਸਿੱਖ ਨੇ ਕਿਰਤ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੁਹਾਨੂੰ ਪੂਰਾ ਓਰੀਜਨਲ ਗੁੜ ਵਗੈਰਾ ਮਿਲੇਗਾ ਜੇ ਲੈਣ ਚਾਹੁੰਦਾ ਆਉਣਾ ਹੋਵੇ ਕਿਸੇ ਨੇ ਤਾਂ ਦੇ ਦੇ ਇਸ ਟਾਈਮ ਨਹੀਂ ਸ਼ੁਰੂ ਹੋਵੇਗਾ ਅਗਲੇ ਮਹੀਨੇ ਤੇ ਐਂਡ ਨਵੰਬਰ ਸ਼ੁਰੂ ਹੋਵੇਗਾ ਫਿਰ ਵੀ ਇੱਕ ਗੱਲ ਜੇ ਸ਼ੁੱਧ ਖਾਣਾ ਮਿਲਦੇ ਵੈਸੇ
ਜੀ। ਤੇ ਉਹ ਬਾਅਦ ਵਿੱਚ ਜੇ ਕੁਝ ਪੈਸੇ ਫालतू ਦੇਣਾ ਕੋਈ ਤਕਲੀਫ ਨਹੀਂ ਹੈ, ਬਾਅਦ ਵਿੱਚ ਡਾਕਟਰ ਨੂੰ ਦੇਣਾ ਲੋੜ ਨਹੀਂ ਹੋਵੇਗਾ। ਹਾਂ ਆਹ ਗੱਲ ਬਹੁਤ ਕਮਾਲ ਦੀ ਕੀਤੀ ਹੈ ਜੀ। ਗੱਲ। ਕਿਉਂਕਿ ਹਾਂਜੀ ਸਹੀ ਗੱਲ। ਹਾਂਜੀ ਬਿਮਾਰੀਆਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੈਸੇ ਬਿਮਾਰੀ ਜੇ ਦੇਖੀਏ ਤਾਂ ਨਹੀਂ ਹਾਲੇ ਤੱਕ ਵਾਹਿਗੁਰੂ ਦੀ ਕਿਰਪਾ ਮਸ਼ੀਨਰੀ ਠੀਕ ਚੱਲਦੀ ਹੈ। ਵਾਹ ਜੀ ਵਾਹ। ਕਈ ਚੱਕੀ ਸੀ ਮੋਢੇ ਤੇ, ਮੈਂ ਤੇ ਲਾ ਲਿਆ ਸੀ ਅੰਦਾਜ਼ਾ। ਉਹ ਆਊਟ ਆਫ ਲਿਵਿੰਗ ਐਸਾ ਇੱਕ ਵਾਰੀ ਉਹ ਕਹਿੰਦੇ ਮੈਂ ਯੋਗਾ ਕਲਾਸ ਜੁਆਇਨ ਕਰਨਾ ਪੈਣਾ। ਅੱਛਾ ਜੀ। ਫਿਰ ਮੈਂ ਇਹ ਜਵਾਬ ਦਿੱਤਾ ਮੈਂ ਕਈ ਯੋਗਾ ਕਰਦਾ ਰੋਜ਼। ਹਾਂ ਕਈ ਯੋਗਾ ਔਰ ਕਈ ਯੋਗਾ ਯੋਗਾ। ਲੋੜ ਨਹੀਂ ਔਰ ਬਿਲਕੁਲ ਕਈ ਯੋਗਾ ਖੁਰਪਾ ਯੋਗਾ। ਹਾਂ ਨਹੀਂ ਬਸ। ਇੱਕ ਤੁਸੀਂ ਸਪੈਸ਼ਲ ਨੋਟ ਬਾਹਰ ਬਹੁਤ ਸਖਤੀ ਦੇ ਨਾਲ ਲਾਇਆ ਹੋਇਆ ਵੀ ਭਾਈ ਸ਼ਰਾਬ ਪੀ ਕੇ ਅੰਦਰ ਨਾ ਵੜ ਜਿਓ। ਹਾਂਜੀ ਹਾਂਜੀ ਉਹ ਪੂਰੀ ਸਖਤ ਹਦਾਇਤ ਹੈ ਜੀ। ਹਾਂ ਦੇਖੋ ਨਹੀਂ ਚਾਹੀਦਾ ਵੈਸੇ ਸ਼ਰਾਬੀ ਲੋੜ ਨਹੀਂ ਹੈ ਤੇ ਬਿਲਕੁਲ। ਫਿਰ ਬੀਬੀਆਂ ਵੀ ਰਹਿੰਦੇ ਤੇ ਵੀ ਇਹ ਕਾਨੂੰਨ ਵੀ ਅਸੀਂ ਤੇ ਇਹ ਇੱਕ ਅੰਮ੍ਰਿਤਧਾਰੀ ਦਾ ਵੀ ਫਾਰਮ ਹੈ। ਬਿਲਕੁਲ ਤੇ ਸ਼ਰਾਬੀ ਇੱਕ ਦੋ ਵਾਰੀ ਕੁਤਾਪਾ ਦਿੱਤਾ ਵੀ ਜੇ ਨਹੀਂ ਮੰਨਦੇ ਜੇ ਦੱਸਦਾ ਬਾਹਰ ਜਾਣਾ ਜੇ ਨਹੀਂ ਮੰਨਦੇ ਵੀ ਤਪਰ ਦੇਣਾ। ਫਿਰ ਕੁਟਾਪਾ ਕਰਦੇ ਹੋ? ਹਾਂ ਹੋਰ ਕੀ ਸੌਦਾ ਵੀ ਲਾਉਂਦੇ ਹੋ ਫਿਰ? ਫਿਰ ਸੌਦਾ ਵੀ ਲੱਗੂਗਾ ਭਾਈ ਜੇ ਕੋਈ ਸ਼ਰਾਬੀ ਬੜਿਆ ਤੇ ਨਹੀਂ, ਸਾਰੀ ਰਿਸਪੌਂਸਿਬਿਲਿਟੀ ਕਦੇ ਕਦੇ ਵੀ ਉਹ ਬੀਬੀਆਂ ਦਿਹਾੜੀ ਪਹਿਲੇ ਕਰਦੇ ਵੇ ਤਕਰੀਬਨ ਲੋਕ ਸ਼ਰਾਬੀ ਕੇ ਪੁੱਠਾ ਕੰਮ ਕਰਦੇ ਗਲਤ ਕੰਮ ਕਰਾਂਗੇ। ਜੀ, ਜੀ। ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਜਦੋਂ ਲੋਕ ਨਸ਼ਾ ਕਰਦੇ ਬਸ। ਇਹਦਾ ਨਾਮ ਰਜ਼ਾ ਰੱਖਿਆ ਤੁਸੀਂ, ਉਹਦਾ ਕੋਈ ਰਜ਼ਾ ਲੌਜੀਕ? ਦੇਖੋ ਹੁਕਮ ਰਜ਼ਾ ਹੀ ਚੱਲਣਾ ਜਪਜੀ ਸਾਹਿਬ ਦੇ ਵਿੱਚ ਇਹ ਅਰਬਿਕ ਵਰਡ ਵੈਸੇ ਕੁਰਾਨ ਦੇ ਵਿੱਚ ਵੀ ਹੈ ਜੀ। ਰਜ਼ਾ ਵਾਹਿਗੁਰੂ ਦਾ ਹੁਕਮ ਪਾਣਾ। ਹਾਂਜੀ ਪਾਣਾ ਹਾਂ ਜੀ। ਤੇ ਇਹ ਮੇਰੀ ਵਾਈਫ ਚੋਇਸ ਕਰਦੇ ਕਿਉਂਕਿ ਸਾਰੇ ਅਸੀਂ ਸਭ ਕੁਝ ਕਰ ਸਕਦੇ ਸਿਰਫ ਵਾਹਿਗੁਰੂ ਦਾ ਪਾਣਾ ਵਾਹਿਗੁਰੂ ਦੀ ਕਿਰਪਾ ਨਾਲ। ਪਰ ਸਭ ਤੋਂ ਜ਼ਿਆਦਾ ਕਿਸਾਨ ਅੰਦਰ ਹੈ ਉਹ ਮੌਸਮ ਸਭ ਕੁਝ ਹੈ ਤੇ ਡਿਪੈਂਡ ਹੁੰਦਾ ਜੀ। ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਬਿਜਾਈ ਕਰ ਸਕਦੇ ਸੇਵਾ ਵੀ ਕਰ ਸਕਦੇ ਪਰ ਸਿਰਫ ਵਾਹਿਗੁਰੂ ਦੀ ਕਿਰਪਾ ਫਸਲ ਤਿਆਰੀ ਹੋਵੇਗੀ ਬਸ। ਇੱਥੇ ਫਿਰ ਸਰ ਤੁਹਾਨੂੰ ਦਰਸ਼ਨ ਸਿੰਘ ਜੀ ਕਰਕੇ ਹੀ ਜਾਣਦੇ ਸਾਰੇ? ਹਾਂਜੀ ਹਾਂਜੀ ਫਿਰ ਵੈਸੇ ਮੇਰਾ ਫਾਰਮਿੰਗ ਬੈਕਗਰਾਉਂਡ ਕਰਕੇ ਲੋਕ ਕਹਿੰਦੇ ਉਹ ਦਰਸ਼ਨ ਸਿੰਘ ਉਹ ਫ੍ਰੈਂਚ ਜੱਟ। ਫ੍ਰੈਂਚ ਜੱਟ? ਅੱਛਾ। ਫਿਰ ਮੈਂ ਹੁਣ ਜਵਾਬ ਦਿੰਦਾ ਮੇਰਾ ਹੁਣ ਦੇਸੀ ਜੱਟ ਬਣ ਗਿਆ ਕਿਉਂਕਿ ਕਾਫੀ ਦੇਰ ਇੱਥੇ ਰਹਿੰਦਾ। ਫਿਰ ਜਦ ਲੋਕ ਪੁੱਛਦੇ ਮੇਰਾ ਨਾਮ ਕੀ ਹੈ ਜਵਾਬ ਦਿੰਦਾ ਮੇਰਾ ਨਾਮ ਦਰਸ਼ਨ ਸਿੰਘ ਗਰੇਵਾਲ। ਦਰਸ਼ਨ ਸਿੰਘ ਗਰੇਵਾਲ? ਉਹ ਕਿਵੇਂ ਜੀ? ਕਹਿੰਦੇ ਗਰੇਵਾਲ ਕਿਉਂ? ਗਰੇਵਾਲ ਕਿਸ ਤਰ੍ਹਾਂ ਹੋ ਸਕਦਾ? ਗਰੇਵਾਲ ਫਰਾਂਸ ਦਾ ਰਹਿਣ ਵਾਲਾ, ਉਹ ਗਰੇਵਾਲ ਨਹੀਂ ਗਰੇਵਾਲ। ਮੇਰਾ ਵਾਲ ਗਰੇ ਹੋ ਗਿਆ। ਸਹੀ ਹੈ। ਠੀਕ ਹੈ ਜੀ, ਬਹੁਤ ਵਧੀਆ ਬਹੁਤ। ਬਿਲਕੁਲ ਜੀ। ਸੋ ਸਰਦਾਰ ਦਰਸ਼ਨ ਸਿੰਘ ਜੀ ਦੇ ਨਾਲ ਅਸੀਂ ਹੋਰ ਵੀ ਗੱਲਾਂ ਕਰਨੀਆਂ ਚਾਹੁੰਦੇ ਸੀਗੇ ਪਰ ਇਹ ਬਾਹਰੋਂ ਇੱਥੇ ਨੇ PR ਹੈ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਸਾਡੇ ਸਵਾਲ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦੇ ਵਿੱਚ ਪਾ ਦੇਣ ਜਾਂ ਕੋਈ ਹੋਰ ਵੀ ਅਸੀਂ ਉਵੇਂ ਦੇ ਸਵਾਲ ਕਰੀਏ। ਪਰ ਅਸੀਂ ਇਹ ਦੱਸਣਾ ਚਾਹੁੰਦੇ ਸੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਤ ਕਮਾਈ ਕਰਦੇ ਨੇ, ਕੁਦਰਤੀ ਖੇਤੀ ਕਰਦੇ ਨੇ। ਫਰਾਂਸ ਤੋਂ ਆ ਕੇ ਇੱਥੇ ਜੇਕਰ ਅਸੀਂ ਮਿਹਨਤ ਕਰੀਏ ਤਾਂ ਅਸੀਂ ਇੱਥੇ ਵੀ ਰੋਟੀ ਖਾ ਸਕਦੇ ਹਾਂ ਆਪਣੇ ਮਾਤਾ ਪਿਤਾ ਦੇ ਵਿੱਚ ਰਹਿ ਕੇ ਸੇਵਾ ਕਰਕੇ। ਹਾਂ ਜਿਨ੍ਹਾਂ ਲਈ ਮਜਬੂਰੀ ਹੈ ਸਿਸਟਮ ਤੋਂ ਤੰਗ ਹੈ, ਵੈਸੇ ਤਾਂ ਸਾਰੇ ਲੋਕ ਹੀ ਸਿਸਟਮ ਤੋਂ ਤੰਗ ਨੇ ਪਰ ਜਿਹੜੇ ਲੋਕ ਦੇ ਕੋਲ ਸੋਰਸ ਹੈ ਵੀ ਅਸੀਂ ਇੱਥੇ ਕਮਾਈ ਕਰ ਸਕਦੇ ਆ ਤਾਂ ਉਹਨਾਂ ਨੂੰ ਇੱਕ ਚੀਜ਼ ਕਰਨੀ ਪੈਣੀ ਹੈ, ਉਹ ਹੈ ਮਿਹਨਤ। ਜੇ ਇੱਥੇ ਮਿਹਨਤ ਕਰਾਂਗੇ ਤਾਂ ਅਸੀਂ ਕਾਮਯਾਬ ਹੋ ਜਾਵਾਂਗੇ। ਸੋ ਸਰਦਾਰ ਦਰਸ਼ਨ ਸਿੰਘ ਜੀ ਨੇ ਜਿਹੜੇ ਪਹਿਲੇ ਮਾਈਕਲ ਸੀਗੇ ਉਹਨਾਂ ਨੇ ਇੱਥੇ ਆ ਕੇ ਪਹਿਲਾਂ ਅੰਮ੍ਰਿਤਪਾਨ ਕਰਦੇ ਨੇ, ਸਰਦਾਰ ਦਰਸ਼ਨ ਸਿੰਘ ਜੀ ਬਣ ਜਾਂਦੇ ਨੇ। ਦਰਸ਼ਨ ਸਿੰਘ ਤੋਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਤ ਕਮਾਈ ਖੁਦ ਕਰਦੇ ਨੇ, ਪਿੰਡ ਕਾਂਗੜ ਦੇ ਵਿੱਚ ਰਹਿੰਦੇ ਨੇ। ਸੋ ਅਸੀਂ ਉਹਨਾਂ ਨੌਜਵਾਨਾਂ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਵੀ ਇਹਨਾਂ ਤੋਂ ਸਿੰਘ ਸਾਹਿਬ ਤੋਂ ਜ਼ਰੂਰ ਸੇਧ ਲਈਏ ਤੇ ਅਸੀਂ ਆਪਣੇ ਮਾਤਾ ਪਿਤਾ ਦੀ ਵੀ ਸੇਵਾ ਕਰੀਏ ਤੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ, ਕਿਉਂਕਿ ਧਰਤੀ ਸਾਡੀ ਮਾਤਾ ਹੈ। ਇੱਕ ਤਾਂ ਅਸੀਂ ਇਹਨੂੰ ਛੱਡੀਏ ਨਾ, ਇਹਨੂੰ ਵੇਚੀਏ ਨਾ, ਤੇ ਦੂਜੀ ਗੱਲ ਇਹ ਹੈ ਵੀ ਮਾਤਾ ਨੂੰ ਜਿਵੇਂ ਗ੍ਰੀਨ ਰੈਵੋਲਿਊਸ਼ਨ ਦੀ ਗੱਲ ਕੀਤੀ, ਹਰੀ ਕ੍ਰਾਂਤੀ ਦੀ, ਤਾਂ ਕੋਈ ਵੀ ਆਪਣੀ ਮਾਂ ਨੂੰ ਜ਼ਹਿਰ ਨਹੀਂ ਦਿੰਦਾ ਤੇ ਜਿਹੜੇ ਜ਼ਹਿਰ ਦਿੰਦੇ ਆ ਅਸਲ ਮਾਂ ਨੂੰ ਵੀ ਫਿਰ ਜਾਂ ਬਿਰਧ ਆਸ਼ਰਮ ਦੇ ਵਿੱਚ ਵੀ ਛੱਡ ਦਿੰਦੇ ਆ ਮਾਂ ਨੂੰ ਪਰਾਈ ਕਰ ਦਿੰਦੇ ਨੇ। ਉਹ ਲੋਕਾਂ ਦਾ ਹਸ਼ਰ ਕੀ ਹੁੰਦਾ ਏ ਜਾਂ ਫਿਰ ਗੁਰਬਾਣੀ ਉਹਨਾਂ ਬਾਰੇ ਕੀ ਕਹਿੰਦੀ ਉਹ ਵੀ ਤੁਸੀਂ ਜਾਣਦੇ ਹੋ ਤਾਂ ਅਸੀਂ ਜ਼ਰੂਰ ਕਹਾਂਗੇ ਵੀ ਸਾਨੂੰ ਇਸ ਕਹਾਣੀ ਤੋਂ ਤੇ ਸਰਦਾਰ ਸਾਹਿਬ ਤੋਂ ਜ਼ਰੂਰ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਤੇ ਸਤਨਾਮ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ।